पग पंकज बंदन, पग पंकज बंदन। सिमरो अंगद दोख निकंदन, अमरदास गुर हृदय ध्यावो, हृदय ध्यावो। श्री गुरु रामदास गुण गावो, श्री अर्जन विघ्नन के नासक, विघ्नन के नासक। श्री हरगोबिंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह बिसाला, तरों तरा पर पुन पुन सीसा, तार पुन पुन सीसा। बंदो बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदो कर अनुराग। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। सवैया छंद। उत सावन की कथा कुशक है, श्रोता सुनहो सो जस गुर केर। सादर बस हरिपुर की न समनता, जिसकी होत बडेर। उत सावन की कथा कुशक है। सच्चे पातशाह गरीब नवाज दीन दुनिया दे मालिक, चबर छत्र तखत दे मालिक, समरथ गुरु प्रतख गुरु, दीन दयाल कृपाल अंतरजामी पूਰਨ पर ब्रह्म परमेश्वर, सुखां दे सागर
ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਆਪਾਂ ਸਾਰਿਆਂ ਨੂੰ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਨ ਦਾ, ਜੁੜ ਕੇ ਬੈਠਣ ਦਾ, ਸਤਿਗੁਰੂ ਜੀ ਦੀ ਪਵਿੱਤਰ ਪਾਵਨ ਬਾਣੀ ਸੁਣਨ ਦਾ ਸੁਭਾਗ ਸਮਾਂ ਗੁਰੂ ਜੀ ਦੀ ਮਿਹਰ ਨਾਲ, ਕਿਰਪਾ ਦੇ ਨਾਲ ਪ੍ਰਾਪਤ ਹੋਇਆ ਹੈ। ਅੱਜ ਸਾਉਣ ਵਾਹਿਗੁਰੂ, ਅੱਜ ਭਾਦੋਂ ਦਾ ਮਹੀਨਾ ਜਿਹੜਾ ਹੈ ਉਹ ਪ੍ਰਾਰੰਭ ਹੋਇਆ। ਗਰੀਬ ਨਵਾਜ ਕਿਰਪਾ ਕਰਦੇ ਆ। ਸੇ ਭਾਦੋਏ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ। ਉਹ ਰੱਬ ਦੇ ਪਿਆਰੇ ਨਰਕਾਂ ਵਿੱਚ ਨਹੀਂ ਜਾਂਦੇ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਪਿਆਰ ਕੀਤਾ ਜੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦਾ ਅੱਜ ਬਰਸੀ ਵਾਲਾ ਵੀ ਸਮਾਗਮ ਹੈ। ਕਿਵੇਂ ਮਹਾਂਪੁਰਖਾਂ ਨੇ ਸਿੱਖੀ ਪ੍ਰਚਾਰ ਕੀਤਾ, ਸਿੱਖੀ ਨੇਮ ਨੂੰ ਪਾਲਿਆ, ਹਜ਼ਾਰਾਂ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਬਾਣੀ ਪੜ੍ਹਾ ਕੇ ਗੁਰੂ ਵਾਲੇ ਬਣਾਇਆ, ਬੜੀਆਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਔਰ ਕੇਸ ਨਹੀਂ ਕਟਾਏ। ਭਾਵੇਂ ਡਾਕਟਰਾਂ ਨੇ ਕਿਹਾ ਸੀ ਜੇ ਨਾ ਕਟਾਏ ਤੇ ਤੁਹਾਡੀ ਜਾਨ ਵੀ ਜਾ ਸਕਦੀ ਹੈ। ਸੋ ਇਹ ਸਾਰੀ ਪ੍ਰਸੰਗ ਸਵੇਰੇ ਵੀ ਕਥਾ ਹੋਈ ਸੀਗੀ, ਲੜੀਵਾਰ ਕਥਾ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸਰਵਣ ਕਰ ਰਹੇ ਹੋ। ਲੱਕੜਾਂ ਦੀਆਂ ਕਮੀਆਂ ਹਨ, ਭਾਵ ਲੱਕੜਾਂ ਦੀ ਕਮੀ ਹੈ। ਬਾਬਾ ਜੀ ਬਾਬਾ ਸਾਵਣ ਮੱਲ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਹਰੀਪੁਰ ਦੇਸ਼ ਦੇ ਵਿੱਚ ਭੇਜਿਆ। ਕਿਵੇਂ ਉੱਥੇ ਸਤਿਗੁਰਾਂ ਜੀ ਦੀ ਰਹਿਮਤ ਵਰਤੀ ਹੈ। ਹਰੀਪੁਰ ਰਾਜੇ ਦਾ ਪੁੱਤਰ ਅੱਗੋਂ ਮਰਿਆ ਪਿਆ ਸੀਗਾ। ਸਾਵਣ ਮੱਲ ਜੀ ਨੇ ਗੁਰੂ ਸਾਹਿਬ ਜੀ ਦੇ ਰੁਮਾਲ ਦੀ ਕੰਨੀ ਭੇਂ ਕੇ ਉਹ ਜਿਹੜਾ ਜਲ ਸੀਗਾ ਸਾਵਣ ਮੱਲ ਜੀ ਨੇ ਰਾਜੇ ਦੇ ਪੁੱਤਰ ਦੇ ਮੁਖ ਵਿੱਚ ਪਾਇਆ। ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਦੇ ਨਾਲ ਸਾਵਣ ਮੱਲ ਦੇ ਉਦਮ ਸਦਕਾ ਰਾਜੇ ਦਾ ਪੁੱਤਰ ਜਿਉਂਦਾ ਹੋ ਗਿਆ ਜੀ। ਇਹ ਕਥਾ ਤੁਸੀਂ ਸੁਣੀ। ਰਾਜਾ, ਵਜ਼ੀਰ, ਸੈਨਾ, ਉੱਥੋਂ ਦੇ ਲੋਕ ਸਾਰੇ ਹੀ ਸਾਵਣ ਮੱਲ ਜੀ ਦੇ ਸ਼ਰਧਾਲੂ ਬਣ ਗਏ ਜੀ। ਉਸੇ ਵੇਲੇ ਹੀ ਸਾਵਣ ਮੱਲ ਜੀ ਦੇ ਸੀਸ ਤੇ ਚੌਰ ਹੋਣ ਲੱਗ ਪਿਆ, ਚੰਦੋਆ ਲੱਗ ਗਿਆ, ਗਲ ਵਿੱਚ ਵੱਡੀ ਮਾਲਾ ਪਾ ਲਈ, ਫੁੱਲਾਂ ਦੀ ਪਾਈ ਗਈ ਹੈ। ਉਹਦੇ ਤੋਂ ਬਾਅਦ ਤੁਸਾਂ ਨੇ ਸਰਵਣ ਕੀਤਾ ਪਿਆਰਿਓ, ਬਾਬਾ ਸਾਵਣ ਮੱਲ ਜੀ ਦੀ ਪੂਜਾ ਜਦੋਂ ਹੋਣ ਲੱਗੀ, ਉਹਨਾਂ ਨੇ ਲੱਕੜਾਂ ਗੋਇੰਦਵਾਲ ਸਾਹਿਬ ਭਿਜਵਾਈਆਂ ਜੀ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਬੜੇ ਪਿਆਰ ਦੇ ਨਾਲ ਸਰਵਣ ਕਰੋ। ਬਾਬਾ ਜੀ ਬਾਬਾ ਸਾਵਣ ਮੱਲ ਜੀ ਨੇ ਇਹ ਕਾਰਜ ਤੇ ਕਰ ਦਿੱਤਾ ਜੀ, ਪਰ ਨਾਲ ਦੀ ਨਾਲ ਬਾਬਾ ਸਾਵਣ ਮੱਲ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਜਿਹੜਾ ਉਹ ਭੁੱਲ ਗਏ ਜੀ। ਉਧਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਲੱਕੜਾਂ ਜਿਹੜੀਆਂ ਉਹ ਦਰਿਆ ਵਿੱਚੋਂ ਕਢਾ ਕੇ ਬੇਅੰਤ ਲੋਕਾਂ ਨੂੰ ਵੰਡੀਆਂ। ਬੇਅੰਤਾਂ ਦੇ ਘਰ ਬਣੇ, ਲੋਕ ਬੜੇ ਖੁਸ਼ ਹੋਏ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਵਿਚਾਰ ਬੜੇ ਹੀ ਪਿਆਰ ਨਾਲ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜੋ, ਪਿਆਰ ਸਤਿਕਾਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਧੰਨ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ। ਉਤ ਸਾਵਨ ਕੀ ਕਥਾ ਕੁਸ਼ਕ ਹੈ, ਸ਼ਰੋਤਾ ਸੁਨਹੁ ਸੋ ਜਸ ਗੁਰ ਕੇਰ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਲੋਕਾਂ ਦੇ ਘਰ ਬਣਵਾ ਦਿੱਤੇ ਜੀ। ਉਧਰ ਹਰੀਪੁਰ ਦੇ ਵਿੱਚ ਸਾਵਣ ਮੱਲ ਬੈਠੇ ਹੋਏ ਹੈ, ਉਹਨਾਂ ਦੀ ਕੁਝ ਕਥਾ ਰਹਿ ਗਈ ਹੈ, ਉਹ ਬੜੇ ਪਿਆਰ ਨਾਲ ਸੁਣੋ।
ਹਾਂਜੀ। ਸਾਦਰ ਬਸ ਹਰੀਪੁਰ ਕੀ ਨਸ ਮਨਤਾ ਜਿਸ ਕੀ ਹੋਤ ਬਡੇਰ। ਬੜੇ ਸਤਿਕਾਰ ਦੇ ਨਾਲ ਹਰੀਪੁਰ ਦੇ ਵਿੱਚ ਰਹਿ ਰਹੇ ਜੀ ਬਾਬਾ ਸਾਵਣ ਮੱਲ ਜੀ। ਬੜੀ ਵੱਡੀ ਮਨਤਾ ਹੋ ਰਹੀ ਹੈ, ਮਾਨ ਪ੍ਰਤਿਸ਼ਠਾ ਹੋ ਰਹੀ ਹੈ। ਹਾਂਜੀ। ਜਬ ਰਾਜਾ ਤੇ ਚਰਨ ਪਖਾਰੇ ਅਪਰਨ ਕੀ ਗਿਨਤੀ ਕਿਆ ਹੇਰ। ਕਹਿੰਦੇ ਜਦੋਂ ਰਾਜੇ ਨੇ ਹੀ ਭਾਈ ਸਾਵਣ ਮੱਲ ਜੀ ਦੇ ਚਰਨ ਧੋ ਕੇ ਪਾਣੀ ਪੀ ਲਿਆ ਜੀ, ਰਾਜੇ ਨੇ ਹੀ ਜਦੋਂ ਸਿੱਖੀ ਲੈ ਲਈ ਤੇ ਬਾਕੀ ਵਿਚਾਰੇ ਕੀ ਸਨ ਜੀ। ਹਾਂਜੀ। ਬੰਧਨ ਕਰਹਿ ਬ੍ਰਿੰਦ ਨਰ ਮਿਲ ਮਿਲ ਕਰ ਜੋ ਰਹਿ ਕਰ ਭਾਉ ਕਨੇਰ। ਸਾਵਣ ਮੱਲ ਜੀ ਨੇ ਆਪਣੀ ਗੱਦੀ ਤੇ ਬੈਠਣਾ ਤੇ ਬੜੇ ਲੋਕ ਉਹਨਾਂ ਨੂੰ ਮੱਥਾ ਟੇਕਣ ਦੇ ਜੀ। ਲੋਕ ਆਉਂਦੇ ਆ, ਮਿਲ ਮਿਲ ਕੇ ਟੋਲੇ ਬਣਾ ਆਉਂਦੇ ਆ, ਮੱਥਾ ਟੇਕਦੇ ਆ। ਗੁਰੂ ਸਾਹਿਬ ਜੀ ਦੀ ਮਿਹਰ ਨਾਲ ਕਰਾਮਾਤਾਂ ਵਰਤ ਰਹੀਆਂ ਜੀ। ਹਾਂਜੀ। ਤਰਹਿ ਕਾਮ ਨ ਜਾਚੈ ਹੈ ਆਨ ਸੋ ਤਿਸ ਰੁਮਾਲ ਤੇ ਪੂਰਕ ਕਰੰਤ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਦੀ ਜਦੋਂ ਕਿਸੇ ਨੇ ਆ ਕੇ ਸਾਵਣ ਮੱਲ ਜੀ ਕੋਲੋਂ ਕੁਝ ਮੰਗਣਾ ਤੇ ਸਾਵਣ ਮੱਲ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਰੁਮਾਲ ਦੀ ਬਖਸ਼ਿਸ਼ ਦੇ ਨਾਲ ਉਹ ਚੀਜ਼ ਦੇ ਦੇਣੀ ਜੀ ਉਹਨਾਂ ਨੂੰ। ਕਿਉਂ ਮਹਾਰਾਜ ਜੀ ਦਾ ਪਵਿੱਤਰ ਰੁਮਾਲ ਸਾਹਿਬ ਜੋ ਹੈਗਾ ਜੀ। ਹਾਂਜੀ। ਸੁਤ ਬਿਤ ਕੀ ਕੈ ਤਨ ਅਰੋਗ ਕੀ ਇਤਿਆਦਿਕ ਪ੍ਰਾਪਤ ਹਰਖੰਤ। ਹੁਣ ਤੁਹਾਨੂੰ ਪਤਾ ਵੀ ਗੋਡੇ ਗਾਡੇ ਤੇ ਸਾਰਿਆਂ ਦੇ ਦੁਖੀ ਹੁੰਦੇ ਜੀ, ਦੁਖਦੇ ਰਹਿੰਦੇ ਆ, ਲੋਕ ਦੁਖੀ ਹੁੰਦੇ ਜੀ। ਤੇ ਲੋਕਾਂ ਨੂੰ ਨਾ ਜੀ ਪੀੜਾਂ ਦਰਦਾਂ ਛੋਟੇ ਮੋਟੇ ਰੋਗ ਜਿਹੜੇ ਸੀਗੇ ਉਹ ਸਾਵਣ ਮੱਲ ਜੀ ਨੇ ਗੁਰੂ ਸਾਹਿਬ ਜੀ ਦੇ ਰੁਮਾਲ ਦੀ ਬਖਸ਼ਿਸ਼ ਨਾਲ ਠੀਕ ਕਰੀ ਜਾਣੇ ਆ ਜੀ। ਜਦੋਂ ਰੁਮਾਲ ਦੀ ਬਖਸ਼ਿਸ਼ ਨਾਲ ਠੀਕ ਕਰਨੇ ਲੋਕਾਂ ਵਿੱਚ ਬੜੀ ਜੈ ਜੈਕਾਰ ਹੋਣ ਲੱਗ ਪਈ ਜੀ। ਇੱਥੋਂ ਤੱਕ ਜੇ ਕੋਈ ਪੁੱਤਰ ਦੀ ਦਾਤ ਮੰਗਦਾ ਤੇ ਉਹ ਵੀ ਸੱਚੇ ਪਾਤਸ਼ਾਹ ਜੀ ਦੇ ਰੁਮਾਲ ਵਿੱਚੋਂ ਪ੍ਰਾਪਤ ਹੁੰਦੀ ਜੀ। ਹਾਂਜੀ। ਪਾਇਨ ਪਸ ਉਪਾਇਨ ਅਰਪਤ ਸਰਬ ਦੇਸ਼ ਨਰ ਜਸ ਉਚਰੰਤ। ਲੋਕ ਆ ਕੇ ਬਾਬਾ ਸਾਵਣ ਮੱਲ ਜੀ ਨੂੰ ਮੱਥਾ ਟੇਕਿਆ ਕਰਨ, ਭੇਟਾਵਾਂ ਰੱਖਿਆ ਕਰਨ ਤੇ ਜਸ ਕਰਿਆ ਕਰਨ, ਸਿਫਤਾਂ ਕਰਿਆ ਕਰਨ ਬਾਬਾ ਸਾਵਣ ਮੱਲ ਜੀ ਦੀਆਂ। ਹਾਂਜੀ। ਸਿੱਖੀ ਪਿਥਰੀ ਸਾਵਨ ਮੱਲ ਕੀ ਅਜਮਤ ਹੇਰਤ ਉਰਬਿਸ ਮੰਤ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਓ ਜੀ ਸਾਵਣ ਮੱਲ ਜੀ ਨੂੰ ਲੋਕ ਜਾਣਨ ਲੱਗ ਪਏ। ਸਾਵਣ ਮੱਲ ਜੀ ਵਿੱਚ ਕਰਾਮਾਤਾਂ ਆ ਗਈਆਂ। ਲੋਕ ਵੇਖ ਵੇਖ ਹੈਰਾਨ ਹੁੰਦੇ। ਤੇ ਤੁਹਾਨੂੰ ਪਤਾ ਜੇ ਕੋਈ ਆਖੇ ਨਾ ਰੱਬ ਦਾ ਨਾਮ ਜਪੋ ਫਿਰ ਦੁੱਖ ਦੂਰ ਹੋਣਗੇ, ਫਿਰ ਤੇ ਨਹੀਂ ਤੇ ਲੋਕੀ ਛੇਤੀ ਆਉਂਦੇ। ਤੇ ਜੇ ਕੋਈ ਬੰਦਾ ਆਪਣੀ ਕਰਾਮਾਤ ਵਿਖਾ ਰਾਜੀ ਕਰੀ ਜਾਵੇ ਤੇ ਬੰਦੇ ਝੱਟ ਆਈ ਜਾਂਦੇ ਜੀ। ਜਿੰਨੀ ਮਰਜ਼ੀ ਬਾਹਰ ਗੱਡੀਆਂ ਉਹ ਦੂਰ ਤੱਕ ਲਵਾ ਲਓ। ਲੋਕ ਬੜੇ ਇਕੱਠੇ ਆਉਣ ਲੱਗ ਪਏ ਜੀ। ਹਾਂਜੀ। ਰਾਜਾ ਰਾਨੀ ਤਰਾਸ ਕਰਤ ਬਹੁ ਸੇਵਹਿ ਨਿਤ ਹੋਏ ਕਰ ਅਨੁਸਾਰ। ਰਾਜਾ ਰਾਣੀ ਨਾ ਜੀ ਸਾਵਣ ਮੱਲ ਜੀ ਤੋਂ ਡਰਨ ਲੱਗ ਪਏ ਜੀ ਵੀ ਇਹ ਕੋਈ ਬਚਨ ਨਾ ਕਰਦੇ। ਹਾਂਜੀ। ਬਚਨ ਨਾ ਕਰਦੇ, ਸਦਾ ਉਹਦੀ ਆਗਿਆ ਵਿੱਚ ਰਹਿ ਕੇ ਸੇਵਾ ਕਰਦੇ। ਧਾਰਮਿਕ ਬੰਦੇ ਬਹੁਤੇ ਜਿਹੜੇ ਨਾ ਜੀ ਉਹ ਇਸ ਗੱਲ ਦਾ ਫਾਇਦਾ ਉਠਾਉਂਦੇ ਜੀ ਵੀ ਅਸੀਂ ਬਚਨ ਕਰ ਦਾਂਗੇ ਜੀ, ਸਾਡੇ ਬਚਨ ਨਾਲ ਇਸ ਤਰ੍ਹਾਂ ਹੋ ਜਾਏਗਾ ਜੀ। ਬੜੇ ਧਾਰਮਿਕ ਪੁਰਸ਼ ਐਸਾ ਕਰਦੇ ਜੀ। ਧਾਰਮਿਕ ਪੁਰਸ਼ ਜਦੋਂ ਐਸਾ ਕਰਦੇ ਐ ਤੇ ਲੋਕਾਂ ਤੇ ਮਾੜਾ ਅਸਰ ਪੈਂਦਾ ਜੀ। ਲੋਕ ਜਿਹੜੇ ਐ ਰਾਜਾ ਰਾਣੀ ਵੀ ਡਰਨ ਲੱਗ ਪਏ। ਹਾਂਜੀ। ਬਹੁਤ ਮੁੱਲ ਕੇ ਬਸਤਰ ਮੰਗਾਵੈ ਕਰਵਾਵੈ ਪੋਸ਼ਸ਼ ਸਭ ਚਾਰ। ਲਓ ਜੀ ਸਾਵਣ ਮੱਲ ਜੀ ਵਾਸਤੇ ਬੜੇ ਬੜੇ ਵਧੀਆ ਕੱਪੜੇ ਆਉਣ ਲੱਗ ਪਏ ਜੀ। ਬੜੇ ਬੜੇ ਵਧੀਆ ਪੁਸ਼ਾਕੇ ਤਿਆਰ ਹੋਣ ਲੱਗ ਪਏ ਜੀ। ਹਾਂਜੀ। ਭੋਜਨ ਮਹਿ ਅਮੇਜ ਕਰ ਮੇਵੇ ਸੁਭ ਸ਼ਵਦਨ ਕੋ ਦੇਤ ਆਹਾਰ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਾਵਣ ਮੱਲ ਜੀ ਆਪਣੀ ਮਨਮਰਜ਼ੀ ਦਾ ਭੋਜਨ ਛਕਣ ਲੱਗ ਪਏ ਜੀ। ਮੇਵੇ ਹੋਰ ਸਵਾਦੀ ਭੋਜਨ ਜਿਹੜੇ ਆ ਨਾ ਮੰਗਾ ਕੇ ਛਕਣੇ। ਅੱਜ ਮੇਰੇ ਲਈ ਆਹ ਬਣਾਓ, ਅੱਜ ਮੇਰੇ ਲਈ ਆਹ ਬਣਾਓ। ਹਾਂਜੀ। ਠਾਂਡੇ ਰਹੈ ਦਾਸ ਹਿਤ ਸੇਵਾ ਹੁਕਮ ਦੇਹਿ ਸੋ ਕਰਹਿ ਸੁਧਾਰ। ਉਹ ਸੇਵਕ ਜਿਹੜੇ ਸੀ ਨਾ ਜੀ ਉਹ ਖਲੋਤੇ ਰਹਿੰਦੇ ਹੁੰਦੇ ਸੀਗੇ ਕੋਲ ਜੀ ਵੀ ਹੁਕਮ ਕਰਨ ਤੇ ਅਸੀਂ ਕੰਮ ਕਰੀਏ। ਕਿਉਂ? ਉਹ ਲੋਕਾਂ ਦੇ ਦੁੱਖ ਸੁੱਖ ਜੂ ਦੂਰ ਹੁੰਦੇ ਸੀਗੇ ਜੀ। ਪਰ ਇਹ ਹੁੰਦੇ ਕਿਹਦੇ ਨਾਲ ਸੀਗੇ? ਹੁੰਦੇ ਸੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਜੀ। ਤੇ ਸਾਵਣ ਮੱਲ ਜੀ ਕੀ ਕਰ ਰਹੇ ਜੀ? ਸਾਵਣ ਮੱਲ ਜੀ ਆਪਣੀ ਮੋਹਰ ਲਾ ਰਹੇ ਜੀ।
ਹਾਂਜੀ। ਅਸਪਦ ਊਚੋ ਜਬਹਿ ਪਹੁੰਚੋ ਚਿਤ ਮੈਂ ਹੈ ਚਿਤਵਤ ਭਾ ਇਸ ਭਾਏ। ਤੇ ਜਦੋਂ ਐਸੀ ਪਦਵੀ ਤੇ ਪਹੁੰਚ ਗਏ, ਇੱਕ ਹਿਸਾਬ ਨਾਲ ਤੇ ਸਾਵਣ ਮੱਲ ਜੀ ਉਸ ਇਲਾਕੇ ਦੇ ਗੁਰੂ ਬਣ ਗਏ ਜੀ। ਜਦੋਂ ਐਸੀ ਪਦਵੀ ਤੇ ਪਹੁੰਚ ਗਏ ਤੇ ਸਾਵਣ ਮੱਲ ਜੀ ਬੈਠੇ ਨਾ ਆਪਣੇ ਮਨ ਵਿੱਚ ਸੋਚਣ ਦੇ ਜੀ। ਹਾਂਜੀ। ਕਾਰਜ ਸੁਧਰ ਗਇਓ ਸਭ ਗੁਰ ਕੋ ਪਹੁੰਚਾਏ ਕਾਸ਼ਟ ਸਮੁਦਾਏ। ਇਹ ਗੁਰੂ ਸਾਹਿਬ ਦਾ ਕੰਮ ਤੇ ਸਵਰ ਗਿਆ। ਲੱਕੜਾਂ ਬਹੁਤ ਭੇਜ ਦਿੱਤੀਆਂ ਮੈਂ ਉੱਥੇ। ਹਾਂਜੀ। ਪੁਰ ਕੇ ਘਰ ਸਭ ਉਸਰ ਪਰਹੇਂਗੇ ਬਹਰੋ ਕੁਛ ਬਾਕੀ ਬਚ ਜਾਏ। ਤੇ ਸਾਵਣ ਮੱਲ ਜੀ ਬੈਠੇ ਸੋਚਣ ਦੇ ਵੀ ਇੰਨੀਆਂ ਜ਼ਿਆਦਾ ਲੱਕੜਾਂ ਪਹੁੰਚ ਗਈਆਂ, ਲੋਕਾਂ ਦੇ ਘਰ ਵੀ ਬਣ ਜਾਣੇ ਆ ਤੇ ਕੁਝ ਬਚ ਵੀ ਜਾਣੀਆਂ ਲੱਕੜਾਂ। ਹਾਂਜੀ। ਗੋਇੰਦਵਾਲ ਉਚਿਤ ਹੈ ਚਲਬੋ ਦਰਸ ਹੈ ਸਤਿਗੁਰ ਪੰਕਜ ਪਾਏ। ਤੇ ਮਨ ਵਿੱਚ ਸੋਚਦੇ ਵੀ ਹੁਣ ਮੈਂ ਵੀ ਗੋਇੰਦਵਾਲ ਸਾਹਿਬ ਚੱਲਾਂ, ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ, ਮਹਾਰਾਜ ਦੇ ਚਰਨਾਂ 'ਚ ਸਿਰ ਰੱਖਾਂ। ਇਹ ਅਸੀਂ ਚੰਗੇ ਮਨ ਦੀ ਗੱਲ ਜੀ। ਹਾਂਜੀ। ਹੁਣ ਅੰਦਰ ਦੂਜਾ ਮਨ ਵੀ ਬੈਠਾ ਜੀ, ਗੱਜ ਕੇ ਆਖੋ। ਚੰਗਾ ਮਨ ਤੇ ਬੜੇ ਬੜੇ ਚੰਗੇ ਵਿਚਾਰ ਦਿੰਦਾ ਜੇ। ਇਹ ਗੱਲ ਵੱਖਰੀ ਹੈ, ਬੰਦਾ ਉਹਦੀ ਵਿਚਾਰ ਸੁਣ ਕੇ ਦਬਾ ਦਿੰਦਾ ਜੀ। ਹਰ ਬੰਦੇ ਦੇ ਅੰਦਰ ਰੱਬ ਬੋਲ ਰਿਹਾ ਹੈ, ਪਰ ਕਈ ਨਾ ਉਸ ਰੱਬ ਦੀ ਆਵਾਜ਼ ਨੂੰ ਦਬਾ ਦਿੰਦੇ ਆ ਤੇ ਕਈ ਉਹਦੇ ਅਨੁਸਾਰ ਚੱਲਦੇ ਆ। ਸਾਵਣ ਮੱਲ ਜੀ ਆਪਣੇ ਮਨ 'ਚ ਦੂਜੀ ਵਾਰ ਸੋਚਣ ਲੱਗੇ ਜੀ। ਹਾਂਜੀ। ਤੋ ਇੱਕ ਚਿੰਤਾ ਤਹਿ ਜੇਬੈ ਇਸ ਰੁਮਾਲ ਤੇ ਅਜਮਤਵਾਨ। ਫਿਰ ਭਾਈ ਸਾਵਣ ਮੱਲ ਜੀ ਸੋਚਦੇ ਵੀ ਜੇ ਮੈਂ ਚਲੇ ਗਿਆ ਮਹਾਰਾਜ ਕੋਲ ਤੇ ਇਹ ਕਰਾਮਾਤਾਂ ਵਾਲਾ ਜਿਹੜਾ ਰੁਮਾਲ ਹੈ, ਹਾਂਜੀ, ਟਿਗ ਪਹੁੰਚੇ ਗੁਰ ਲੈਵਹਿਗੇ ਇਹੋ ਕਾਰਜ ਪਇਓ ਪੂਰ ਉਰ ਜਾਨ। ਤੇ ਜੇ ਮੈਂ ਮਹਾਰਾਜ ਦੇ ਕੋਲ ਪਹੁੰਚਿਆ ਤੇ ਗੁਰੂ ਸਾਹਿਬ ਨੇ ਕਹਿਣਾ ਸਾਨੂੰ ਸਾਡਾ ਰੁਮਾਲ ਦੇ ਦੇ। ਕੱਜ ਕੇ ਆਖੋ ਵਾਹਿਗੁਰੂ। ਤੇ ਕਾਰਜ ਭਇਓ ਪੂਰ ਉਰ ਜਾਨ। ਮਹਾਰਾਜ ਨੇ ਕਹਿਣਾ ਹੁਣ ਕੰਮ ਤੇ ਹੋ ਗਿਆ। ਹਾਂਜੀ। ਸ਼ਕਤ ਹੀ ਨ ਹੋਏ ਹੋ ਤਿਸ ਛਿਨ ਮਹਿ ਬਹੁਰ ਨਾ ਕਰ ਹੈ ਕੋ ਮਮ ਜਾਨ। ਸ਼ਕਤ ਹੋਏ ਹੋ ਤਿਸ ਛਿਨ ਮਹਿ। ਜਦੋਂ ਮਹਾਰਾਜ ਨੇ ਮੇਰੇ ਕੋਲੋਂ ਰੁਮਾਲ ਲੈ ਲਿਆ ਤੇ ਮੈਂ ਤੇ ਖਾਲੀ ਹੋ ਜਾਣਾ। ਗੱਜ ਕੇ ਆਖੋ। ਵੇਖ ਲਓ, ਇੱਕ ਮਨ ਕਹਿੰਦਾ ਚੱਲ ਗੁਰੂ ਕੋਲ, ਦੂਜਾ ਕਹਿੰਦਾ ਨਾ 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 ਜਾਈ। ਚੰਗੇ ਚੰਗੇ ਬੰਦਿਆਂ ਦਾ ਹਾਲ ਹੋ ਜਾਂਦਾ ਜੀ। ਮਨ 'ਚ ਸੋਚਣ ਦਾ ਜੀ ਸਾਵਣ ਮੱਲ ਜੀ। ਹਾਂਜੀ। ਵਡਿਆਈ ਗੁਰ ਕੀ ਤਬ ਬਿਦਤੈ ਹੈ ਮੈਂ ਬਨ ਜਾਵੋ ਅਪਰ ਸਮਾਨ। ਗੁਰੂ ਸਾਹਿਬ ਦੀ ਤੇ ਵਡਿਆਈ ਪ੍ਰਗਟ ਹੋ ਜਾਣੀ ਹੈ ਵੀ ਮਹਾਰਾਜ ਦੇ ਰੁਮਾਲ ਕਰਕੇ ਹੋਇਆ ਸਾਰਾ ਕੁਝ, ਤੇ ਗੁਰੂ ਸਾਹਿਬ ਦੇ ਰੁਮਾਲ 'ਚ ਬੜੀਆਂ ਬਖਸ਼ਿਸ਼ਾਂ। ਪਰ ਬਾਬਾ ਸਾਵਣ ਮੱਲ ਜੀ ਮਨ 'ਚ ਸੋਚਦੇ ਮੈਂ ਤੇ ਆਮ ਬੰਦਿਆਂ ਵਰਗਾ ਹੀ ਹੋ ਜਾਣਾ ਨਾ, ਮੇਰੇ ਕੋਲ ਤਾਂ ਕੋਈ ਤਾਕਤ ਨਹੀਂ ਨਾ ਰਹਿਣੀ। ਬਸ ਇਹਨੂੰ ਕਹਿੰਦੇ ਚ ਪਕੜ ਜੀ। ਰੱਬ ਦੇ ਪਿਆਰੇ ਸਾਧੂ ਜਿਹੜੇ ਆ ਉਹ ਪਕੜ ਨਹੀਂ ਰੱਖਦੇ ਜੀ। ਮਨਮੁਖ ਬੰਦਾ ਪਕੜ ਕਰ ਲੈਂਦਾ ਹੈ, ਤੇ ਬੰਦੇ ਦੇ ਮਨ ਦਾ ਕੀ ਪਤਾ ਜੀ। ਇੱਕ ਛਿਨ ਵਿੱਚ ਗੁਰਮੁਖ ਹੋ ਜਾਂਦਾ, ਦੂਜੇ ਛਿਨ ਵਿੱਚ ਮਨਮੁਖ ਹੋ ਜਾਂਦਾ ਜੀ। ਹਾਂਜੀ। ਇਹਾਂ ਰਹੇ ਹੀ ਬਨੇ ਬਾਰਤਾ ਪੂਜੈ ਹੈ ਲੋਕ ਬਿਲੋਕ ਮਹਾਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਵਾਹਿਗੁਰੂ ਵਾਹਿਗੁਰੂ। ਸਾਵਣ ਮੱਲ ਜੀ ਆਪਣੇ ਮਨ 'ਚ ਸੋਚਣ ਦੇ ਤੇ ਰਿਜ਼ਲਟ ਵੀ ਕੱਢ ਲਿਆ ਜੀ, ਨਤੀਜਾ ਵੀ ਦੇਤਾ ਜੀ। ਉਹ ਜਿਹੜਾ ਸ਼ੈਤਾਨ ਮਨ ਸੀ ਨਾ, ਮੈਨੂੰ ਮਾਫ ਕਰਿਓ ਕਹਿਣਾ ਪੈ ਰਿਹਾ ਹੈ, ਪਰ ਇਹੋ ਹੋ ਜਾਂਦਾ ਜੀ, ਚੰਗੇ ਚੰਗੇ ਗੁਰਮੁਖਾਂ ਨੂੰ ਹੋ ਜਾਂਦਾ ਜੀ। ਸਾਵਣ ਮੱਲ ਜੀ ਜਿਹੜੇ ਨਹੀਂ ਨਾ, ਉਹਨਾਂ ਆਪੇ ਹੀ ਰਿਜ਼ਲਟ ਦੇਤਾ। ਕਹਿੰਦੇ ਛੱਡੋ ਪਰਾਂ, ਮਹਾਰਾਜ ਕੋਲ ਨਹੀਂ ਜਾਣਾ, ਇੱਥੇ ਬੈਠੇ ਪੂਜਾ ਤੇ ਹੋ ਰਹੀ ਹੈ ਨਾ। ਹਾਂਜੀ। ਸੇਵੈ ਹੈ ਸਰਬ ਨਿਰਪਤ ਤੇ ਆਦਿਕ ਅਰਪ ਹੈ ਅਨੇਕ ਉਪਾਇਨ ਆਨ। ਰਾਜਾ ਵੀ ਮੇਰੀ ਸੇਵਾ ਕਰਦਾ, ਰਾਣੀ ਵੀ ਮੇਰੀ ਸੇਵਾ 'ਚ ਹਾਜ਼ਰ ਹੈ, ਲੋਕ ਮੇਰੀ ਸੇਵਾ ਵਿੱਚ ਹਾਜ਼ਰ ਹੈ, ਤੇ ਉੱਥੇ ਤੇ ਮੈਨੂੰ ਭਾਂਡੇ ਮਾਂਜਣੇ ਪੈਣੇ ਜਾ ਕੇ, ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨੀ ਪੈਣੀ ਜਾ ਕੇ। ਹਾਂਜੀ। ਗੋਇੰਦਵਾਲ ਗਏ ਕਿਆ ਪ੍ਰਾਪਤ ਬਨਿਓ ਰਹੋ ਗੁਰ ਇਸ ਹੀ ਥਾਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਬਣਨਾ ਤੇ ਸਭ ਨੂੰ ਹੀ ਚੰਗਾ ਲੱਗਦਾ ਜੀ। ਹਾਂਜੀ। ਚੇਲਾ ਨਹੀਂ ਚ ਕੋਈ ਬਣਦਾ,
ਸਾਵਣ ਮੱਲ ਜੀ ਸੋਚਦੇ ਆ ਵੀ ਮੈਂ ਇੱਥੇ ਹੀ ਗੁਰੂ ਬਣਿਆ ਰਹਿਣਾ, ਇੱਥੇ ਮੇਰੀ ਪੂਜਾ ਹੋ ਰਹੀ ਹੈ। ਇੱਕ ਬੰਦਾ ਨਾ ਜੀ ਕਿਸੇ ਗਿਆ ਜੀ ਕਿਤੇ ਕਿਸੇ ਆਸ਼ਰਮ 'ਚ, ਤੇ ਉੱਥੋਂ ਦੇ ਸੰਤ ਨੂੰ ਗੁਰੂ ਨੂੰ ਕਹਿੰਦਾ ਵੀ ਮੈਂ ਤੁਹਾਡਾ ਚੇਲਾ ਪੈਣਾ। ਉਹ ਇੱਕ ਚੇਲੇ ਨੂੰ ਆਖਿਆ ਵੀ ਜਾਓ ਇਹਨੂੰ ਵਿਖਾ ਕੇ ਆਓ ਬਾਕੀ ਚੇਲੇ ਕਹਿਣ ਜੀ ਮੈਂ ਇੰਨਾ ਚਿਰ ਸੇਵਾ ਕਰਦਾ ਸਾਰੀ ਦਿਹਾੜੀ, ਕੋਈ ਕਹਿੰਦਾ ਮੈਂ ਆਹ ਕੰਮ ਕਰਦਾ, ਕੋਈ ਕਹਿੰਦਾ ਮੈਂ ਆਹ ਕਰਦਾ, ਕੋਈ ਕਹਿੰਦਾ ਮੈਂ ਆਹ ਵਸਤੂ ਦਿੱਤੀ ਗੁਰੂ ਨੂੰ। ਉਹ ਬੰਦਾ ਪਤਾ ਕੀ ਸੋਚਦਾ? ਉਹ ਸੋਚਦਾ ਚੇਲਾ ਬਣਨਾ ਤੇ ਬੜਾ ਔਖਾ ਹੈਗਾ, ਬੜਾ ਕੁਝ ਕਰਨਾ ਪੈਂਦਾ। ਤਾਂ ਗੁਰੂ ਕੋ ਗਿਆ ਸਿੱਧਾ ਜੀ, ਤੇ ਜਾ ਕੇ ਕਹਿਣ ਲੱਗਾ, ਕਹਿੰਦਾ ਵੀ ਇੰਝ ਹੈ ਵੀ ਚੇਲਾ ਤੇ ਨਹੀਂ ਜੇ ਮੈਂ ਬਣਨਾ ਤੇ ਮੈਨੂੰ ਗੁਰੂ ਬਣਾਓ। ਕਹਿਣ ਲੱਗਾ ਤੁਸੀਂ ਵਿਹਲੇ ਬੈਠੇ ਆਨੰਦ ਲੈਣ ਦੇ ਚ, ਬਾਕੀ ਸਾਰੇ ਤੰਗ ਹੁੰਦੇ। ਇਸ ਕਰਕੇ ਗੁਰੂ ਬਣਨ ਦਾ ਫੁਰਨਾ ਮਨ ਚ ਸਾਵਣ ਮੱਲ ਜੀ ਦੇ ਵੀ ਆ ਗਿਆ ਜੀ, ਵੀ ਇੱਥੇ ਆਨੰਦ ਹੈ। ਹਾਂਜੀ। ਚਾਹੋ ਸੋ ਅਜਮਤ ਤੇ ਸਭ ਪਾਵੋ, ਕੀਰਤ ਬਿਦਤ ਹੈ ਬਹੁਤ ਜਹਾਨ। ਬਾਕੀ ਮਹਾਰਾਜ ਦਾ ਰੁਮਾਲ ਮੇਰੇ ਕੋਲ ਹੈ, ਜੋ ਚਾਹਾਂ ਮੈਂ ਮਹਾਰਾਜ ਦੇ ਰੁਮਾਲ ਚੋਂ ਲੈ ਸਕਦਾ। ਆਸੇ ਪਾਸੇ ਕੀ ਮੇਰੀ ਸਾਰੇ ਸੰਸਾਰ ਵਿੱਚ ਹੀ ਕੀਰਤੀ ਹੋ ਜਾਏਗੀ। ਮੇਰੇ ਕੋਲ ਏਡੀ ਵੱਡੀ ਕਰਾਮਾਤ ਹੈਗੀ ਹੈ, ਇਹ ਨਹੀਂ ਪਤਾ ਸਤਿਗੁਰੂ ਦੀ ਦਿੱਤੀ ਹੈਗੀ, ਤੇ ਜੇ ਦੇ ਸਕਦੇ ਆ ਤੇ ਸੱਚੇ ਪਾਤਸ਼ਾਹ ਲੈ ਵੀ ਲੈਂਦੇ ਆ। ਹਾਂਜੀ। ਇਮ ਦ੍ਰਿੜ ਚਿਤ ਮਹਿ ਕਰਤ ਹੈ ਠਹਿਰਿਓ, ਨਹਿ ਜਾਵੋ ਅਬ ਗੋਇੰਦਵਾਲ। ਲਓ ਜੀ, ਆਪਣੇ ਮਨ ਚ ਪੱਕੀ ਗੱਲ ਕਰ ਲਈ ਬਾਬਾ ਸਾਵਣ ਮੱਲ ਜੀ ਨੇ ਵੀ ਮੈਂ ਗੋਇੰਦਵਾਲ ਸਾਹਿਬ ਨਹੀਂ ਜਾਣਾ ਜੀ। ਹਾਂਜੀ। ਕਿਤਕ ਮਾਸ ਬਸਤੇ ਤਹ ਬੀਤੇ, ਅੰਤਰ ਯਾਮੀ ਗੁਰੂ ਵਿਸਾਲ। 1 ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, 3 ਮਹੀਨੇ ਲੰਘ ਗਏ, ਉਹ ਤੇ ਕਈ ਮਹੀਨੇ ਲੰਘ ਗਏ ਜੀ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਵੇਖਦੇ ਵੀ ਸਾਵਣ ਮੱਲ ਨਹੀਂ ਆਇਆ। ਹਾਂਜੀ। ਜਾਣਿਓ ਚਿਤ ਬਿਕਾਰ ਜੁਤ ਤਿਸ ਕੋ, ਪਠਿਓ ਹੁਕਮ ਨਾਮਾ ਤਿਸ ਕਾਲ। ਸੱਚੇ ਪਾਤਸ਼ਾਹ ਜਾਣ ਗਏ, ਅੰਤਰਜਾਮੀ ਹੈ ਨਾ, ਮਹਾਰਾਜ ਜਾਣ ਗਏ ਵੀ ਸਾਵਣ ਮੱਲ ਦਾ ਮਨ ਨਹੀਂ ਹੈਗਾ ਆਉਣ ਦਾ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਪਤਾ ਕੀ ਕੀਤਾ? ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਭੇਜਿਆ ਜੀ ਸਾਵਣ ਮੱਲ ਜੀ ਨੂੰ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂ। ਪਠ ਕਰ ਕੁਛ ਬਿਲਾਓ, ਲਿਖ ਭੇਜਿਓ, ਆਵਨ ਦੇਤ ਨਹੀਂ ਮਹਿ ਪਾਲ। ਤੇ ਮਹਾਰਾਜ ਕਹਿਣ ਲੱਗੇ ਵੀ ਸਾਵਣ ਮੱਲ ਛੇਤੀ ਆ ਜਾ, ਹੁਣ ਕੰਮ ਹੋ ਗਿਆ। ਗੁਰੂ ਅਮਰਦਾਸ ਜੀ ਨੇ ਲਿਖਿਆ। ਤੇ ਫਿਰ ਬੰਦਾ ਬਹਾਨੇ ਕਿਵੇਂ ਲਾਉਂਦਾ ਜੀ? ਸਾਵਣ ਮੱਲ ਜੀ ਨੇ ਨਾ ਉੱਤਰ ਲਿਖ ਕੇ ਭੇਜਿਆ ਮਹਾਰਾਜ ਨੂੰ ਚਿੱਠੀ ਰੂਪ ਚ, ਮਹਾਰਾਜ ਮੈਂ ਤੇ ਆਉਣਾ ਚਾਹੁੰਦਾ, ਰਾਜਾ ਹੀ ਨਹੀਂ ਆਉਣ ਦੇਣ ਦਿਆ ਮੈਨੂੰ, ਜਿਹੜਾ ਰਾਜਾ ਉਹ ਮੈਨੂੰ ਆਉਣ ਨਹੀਂ ਦੇ ਰਿਹਾ। ਹਾਂਜੀ। ਕਿਤਿਕ ਦਿਨ ਮਹਿ ਦਰਸ਼ਨ ਕਰਹੁ, ਸ਼੍ਰੀ ਸਤਿਗੁਰ ਸੁਨ ਜਾਨ ਬਲਾਓ। ਤੇ ਮਹਾਰਾਜ ਮੈਂ ਥੋੜੇ ਦਿਨਾਂ ਚ ਦਰਸ਼ਨ ਕਰਨ ਆ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਰਾਜਾ ਨਹੀਂ ਆਉਣ ਦੇ ਰਿਹਾ। ਪਿਆਰਿਓ, ਬੰਦਿਆਂ ਅੱਗੇ ਤੇ ਝੂਠ ਚੱਲ ਜੂ, ਸਤਿਗੁਰੂ ਅੱਗੇ ਨਹੀਂ ਤੇ ਚੱਲਦਾ ਜੀ। ਸੱਚੇ ਪਾਤਸ਼ਾਹ ਅੱਗੇ ਝੂਠ ਨਹੀਂ ਤੇ ਚੱਲਦਾ। ਉਹ ਮਹਾਰਾਜ ਸੱਚੇ ਪਾਤਸ਼ਾਹ ਜਾਣ ਗਏ ਜੀ। ਮਹਾਰਾਜ ਜਾਣ ਗਏ ਕਿ ਇਹ ਤੇ ਬਲਾਓ ਖੇਡ ਰਿਹਾ, ਸਾਡੇ ਨਾਲ ਕਪਟ ਕਰ ਰਿਹਾ। ਹਾਂਜੀ। ਅਜਮਤ ਜੁਕਤ ਰੁਮਾਲ ਸੋ ਤਤ ਛਿਨ, ਗੋਇੰਦਵਾਲ ਚਲਹੋ ਚੱਲ ਆਓ। ਹਾਂਜੀ। ਚਿਤਵਨ ਤੇ ਤੂਰ ਨਹੀਂ ਆਇਓ, ਛੂਛੋ ਸਾਵਨ ਤਾਹਾਂ ਰਹਾਓ। ਤੇ ਸੱਚੇ ਪਾਤਸ਼ਾਹ ਜੀ ਨੇ ਪਤਾ ਕੀ ਕੀਤਾ ਜੀ? ਫਿਰ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜਿੱਥੇ ਬੈਠੇ ਸਨ ਨਾ, ਉੱਥੇ ਬੈਠੇ ਹੀ ਆਪਣੇ ਰੁਮਾਲ ਸਾਹਿਬ ਨੂੰ ਹੁਕਮ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਰੁਮਾਲ ਨੂੰ ਹੁਕਮ ਕੀਤਾ ਵੀ ਹੁਣੇ ਹੀ ਸਾਡੇ ਕੋਲ ਆ। ਪਿਆਰਿਓ, ਰੁਮਾਲ ਉੱਥੋਂ ਗੁਪਤ ਹੋ ਗਿਆ ਤੇ ਗੁਰੂ ਅਮਰਦਾਸ ਜੀ ਦੇ ਹੱਥ ਵਿੱਚ ਆ ਗਿਆ ਜੀ। ਜਦੋਂ ਮਹਾਰਾਜ ਦੇ ਹੱਥ ਚ ਆਇਆ, ਸਾਵਣ ਮੱਲ ਜੀ ਖਾਲੀ ਹੋ ਗਏ ਜੀ। ਉਹ ਤੇ ਗੱਲ ਰਹੀ ਨਹੀਂ ਜੀ। ਹਾਂਜੀ। ਜਾਨ ਗੁਰੂ ਗਤ ਬਹੁਤ ਬੇਸੂਰਤ, ਮੈਂ ਕੋ ਕਰਮ ਹੀ ਲਿਓ ਕਮਾਓ। ਤੇ ਨਾ ਜੀ ਸਾਵਣ ਮੱਲ ਜੀ ਲੱਭਣ ਵੀ ਮਹਾਰਾਜ ਦਾ ਰੁਮਾਲ ਸਾਹਿਬ ਕਿੱਥੇ ਹੈ। ਬਥੇਰਾ ਲੱਭਿਆ ਹੀ ਨਾ। ਤੇ ਸਾਵਣ ਮੱਲ ਜੀ ਨੂੰ ਸੁੱਝ ਗਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਵਾਪਸ ਸੱਦ ਲਿਆ ਰੁਮਾਲ ਨੂੰ। ਮਹਾਰਾਜ ਤਾਕਤ ਹੈ ਨਾ, ਸਮਰੱਥਾ ਵਾਲੇ ਕੁਝ ਵੀ ਕਰ ਸਕਦੇ। ਗੁਰੂ ਸਾਹਿਬ ਜੀ ਨੇ ਵਾਪਸ ਸੱਦ ਲਿਆ
ਤੇ ਮੇਰੇ ਕੋਲੋਂ ਇਹ ਵੱਡਾ ਕੁਕਰਮ ਹੋਇਆ ਵਾ। ਹਾਂਜੀ। ਦਿਨ ਦੋਏ ਚਤੁਰ ਬੇਸੂਰਤ ਬੀਤੇ, ਪੁਨ ਮਨ ਮਹਿ ਸਮਝਿਓ ਇਸ ਭਾਏ। ਲੋਕ ਕੌਣ? ਸਾਵਣ ਮਲ ਜੀ, ਸਾਨੂੰ ਇਹ ਦੁੱਖ ਹੈ। ਅੱਗੇ ਤੁਸੀਂ ਰੁਮਾਲ ਝੱਟ ਕੰਨੀ ਭਿਉਂ ਕੇ ਉਹ ਜਿਹੜਾ ਜਲ ਸੀਗਾ ਉਹ ਖਵਾ ਪਿਆ ਦੇਣਾ ਤੇ ਬੰਦੇ ਦਾ ਦੁੱਖ ਦੂਰ ਵੀ। ਤੇ ਹੁਣ ਤੇ ਕੁਝ ਵੀ ਨਹੀਂ ਹੈਗਾ ਜੀ, ਕੁਝ ਵੀ ਨਹੀਂ ਹੈਗਾ। ਸਾਵਣ ਮਲ ਜੀ ਕੋਲ ਉਹ ਬੜੇ ਝੁਰਦੇ ਆ। ਤੇ ਸਾਵਣ ਮੱਲ ਜੀ ਨੇ ਫਿਰ ਮਨ ਚ ਫੁਰਨਾ ਬਣਾਇਆ ਵੀ ਹੁਣ ਚੱਲੀਏ ਮਹਾਰਾਜ ਕੋਲ। ਗੱਜ ਕੇ ਆਖੋ ਵਾਹਿਗੁਰੂ। ਇਹ ਜਿਹੜਾ ਰੁਮਾਲ ਮਹਾਰਾਜ ਨੇ ਵਾਪਸ ਮੰਗਾ ਲਿਆ ਵੀ ਭਲਾ ਹੀ ਕੀਤਾ ਗੁਰੂ ਜੀ ਨੇ ਜੀ। ਚੱਲੀਏ ਸੱਚੇ ਪਾਤਸ਼ਾਹ ਜੀ ਦੇ ਕੋਲ, ਵਾਪਸ ਚੱਲੀਏ। ਤੇ ਰਾਜਾ ਰਾਣੀ ਸਚਬ ਪ੍ਰਦਾ ਜੁਤ, ਮੈਂ ਵਾਹਿਗੁਰੂ ਅਬ ਚਲਹੋਂ ਪੁਰਹੋਂ ਗੁਰ ਪਾਏ, ਪਰਹੋਂ ਗੁਰ ਪਾਏ। ਕਹਿਣ ਲੱਗੇ ਮੈਂ ਰਾਜਾ ਰਾਣੀ ਵਜ਼ੀਰਾਂ ਸਾਰਿਆਂ ਨੂੰ ਲੈ ਜਾਣਾ ਤੇ ਮਹਾਰਾਜ ਦੇ ਚਰਨਾਂ 'ਚ ਪੈ ਜਾਣਾ ਜਾ ਕੇ। ਹਾਂਜੀ। ਭੂਲ ਕਰੋ ਬਖਸ਼ਾਵਨ ਸਗਰੀ, ਆਹ ਬਿਸਾਲ ਨਾ ਕੁਛ ਮਨ ਲਿਆਏ। ਤੇ ਮੈਂ ਮਹਾਰਾਜ ਕੋਲੋਂ ਭੁੱਲ ਬਖਸ਼ਾ ਲੈਣੀ ਹੈ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ। ਸਾਵਣ ਮੱਲ ਜੀ ਨਾ ਮਨ ਵਿੱਚ ਗੁਰੂ ਸਾਹਿਬ ਦਾ ਇੱਕ ਵੱਡਾ ਗੁਣ ਸੋਚਦੇ। ਸਾਵਣ ਮੱਲ ਜੀ ਮਨ 'ਚ ਵਿਚਾਰ ਕਰਦੇ ਮੈਂ ਆਪਣੀ ਭੁੱਲ ਗੁਰੂ ਸਾਹਿਬ ਕੋਲੋਂ ਬਖਸ਼ਾ ਲੈਣੀ ਹੈ ਤੇ ਗੁਰੂ ਸਾਹਿਬ ਬੜੇ ਵੱਡੇ ਤੇ ਗੁਰੂ ਸਾਹਿਬ ਨੇ ਮੈਨੂੰ ਛੇਤੀ ਬਖਸ਼ ਦੇਣਾ ਜੀ। ਇੱਥੇ ਚੇਤਾ ਰੱਖਿਓ, ਜਿੰਨੀ ਮਰਜ਼ੀ ਵੱਡੀ ਗਲਤੀ ਹੋ ਗਈ ਹੋਵੇ ਪਰ ਤੁਸੀਂ ਮਨੋ ਮਹਾਰਾਜ ਦੇ ਚਰਨਾਂ 'ਚ ਪੈ ਕੇ ਭੁੱਲ ਬਖਸ਼ਾ ਦਿਓ, ਗੁਰੂ ਸਾਹਿਬ ਬਖਸ਼ੇਂਦਾ ਹੈਗੇ, ਮਹਾਰਾਜ ਬਖਸ਼ ਲੈਂਦੇ ਆ ਜੀ। ਉਹ ਇੱਕ ਬਚਨ ਹੈ ਨਾ, ਬੰਦਿਆ ਤੇਰੇ ਢਹਿਣ ਵਿੱਚ ਦੇਰੀ ਹੈਗੀ ਹੈ, ਗੁਰੂ ਦੇ ਬਖਸ਼ਣ 'ਚ ਨਹੀਂ ਹੈਗੀ। ਮਾਫ ਕਰਿਓ ਮਨਮੁਖ ਬੰਦਾ 100 ਗੱਲਾਂ ਕਰਦਾ ਜੇ ਉਹ ਗੱਲ ਨਹੀਂ ਛੱਡਦਾ, ਗੁਰੂ ਸਾਹਿਬ ਹਿਰਦੇ 'ਚੋਂ ਗੱਲ ਕੱਢ ਦਿੰਦੇ ਜੀ। ਹਾਂਜੀ। ਸਭ ਸੰਗਤ ਜੁਤ ਸ਼ਰਨੀ ਪਰਹੋਂ, ਬਿਨਤੀ ਕਰਹੋਂ ਥਿਰ ਅਗਵਾਏ। ਤੇ ਮੈਂ ਅਗਵਾਈ ਕਰਾਂਗਾ, ਸੰਗਤ ਲੈ ਕੇ ਜਾਵਾਂਗਾ, ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਾਂਗਾ, ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ। ਹੁਣ ਇਹ ਵੀ ਤੇ ਮਨ ਹੀ ਸੋਚਣ ਦਿਆ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਸੱਚੀ ਗੱਲ ਤੇ ਹੈਗੀ ਹੈ, ਜਦੋਂ ਬੰਦੇ ਨੂੰ ਕੁਝ ਮਿਲ ਜਾਂਦਾ ਨਾ ਜੀ ਤੇ ਮਨ ਇੰਨਾ ਚੰਦਰਾ ਹੈਗਾ, ਬੰਦੇ ਨੂੰ ਗੁਰੂ ਦੀ ਹਜ਼ੂਰੀ ਵਿੱਚ ਵੀ ਨਹੀਂ ਆਉਣ ਦਿੰਦਾ ਜੀ। ਤੇ ਜਦੋਂ ਕੁਝ ਨਹੀਂ ਹੁੰਦਾ ਫਿਰ ਗੁਰਦੁਆਰੇ ਗੇੜੇ ਤੇ ਗੇੜਾ ਜੀ, ਮਹਾਰਾਜ ਨੂੰ ਮੱਥੇ ਹੀ ਟੇਕੀ ਜਾਣੇ, ਸੇਵਾ ਹੀ ਕਰੀ ਜਾਣੀ। ਤੇ ਜਦੋਂ ਕੁਝ ਮਿਲ ਜਾਂਦਾ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਉਹ ਮਾਨ ਚਲੇ ਗਿਆ ਜੀ। ਹੁਣ ਮਨ 'ਚ ਸੋਚਦੇ ਮੈਂ ਮਹਾਰਾਜ ਕੋਲ ਜਾਵਾਂ। ਬੜਿਆਨ ਕੀ ਰਿਸ ਅਗਨੀ, ਸੰਸਰ ਬਿਨੈ ਨੀਰਤ ਹੋਵਤ। ਹਾਂਜੀ। ਸ਼ਾਂਤ ਅਵਰ ਉਪਾਵ ਨਹੀਂ ਕੁਛ ਬਨ ਹੈ, ਕਰਹਿ ਜੇ ਬਲ ਛਲ ਕ੍ਰਿਤ ਪਰਜਾਤ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਆਹ ਗੱਲ ਚੇਤਾ ਰੱਖਿਓ। ਬਾਬਾ ਸਾਵਣ ਮੱਲ ਜੀ ਆਪਣੇ ਮਨ 'ਚ ਵਿਚਾਰ ਕਰਦੇ, ਜਿਹੜੀ ਵੱਡਿਆਂ ਦੇ ਅੰਦਰ ਗੁੱਸੇ ਦੀ ਅਗਨੀ ਹੈ ਨਾ, ਚਲੋ ਮਹਾਰਾਜ ਵਿੱਚ ਨਹੀਂ ਇਹ ਅੱਗ ਹੈਗੀ ਗੁੱਸੇ ਵਾਲੀ, ਪਰ ਵੱਡਿਆਂ ਦੇ ਵਿੱਚ ਜੇ ਗੁੱਸਾ ਆ ਵੀ ਜਾਵੇ, ਗੁੱਸੇ ਦੀ ਅਗਨੀ ਹੈ, ਤੇ ਜੇ ਕੋਈ ਮਾਫੀ ਮੰਗ ਲਵੇ ਨਾ ਛੋਟਾ, ਤੇ ਸਮਝੋ ਉਸ ਅੱਗ ਤੇ ਪਾਣੀ ਪੈ ਗਿਆ ਜੀ। ਪਰ ਕਰਹੇ ਜੇ ਬਲ ਛਲ ਕ੍ਰਿਤ ਪਰ ਜਾਤ, ਜੇ ਅੱਗੋਂ ਸਿਰ ਅਡਾਵੇ ਜੀ ਵੀ ਮੈਂ ਤੇ ਇਸ ਤਰ੍ਹਾਂ ਕਰਨਾ ਜੀ, ਮੈਂ ਤੇ ਇਸ ਤਰ੍ਹਾਂ ਕਰਨਾ ਜੀ, ਮੈਂ ਤੇ ਇਸ ਤਰ੍ਹਾਂ ਕਰ ਦਾਂਗਾ ਜੀ, ਵੇਖੋ ਜੀ ਮੈਂ ਤੇ ਗਲਤੀ ਨਹੀਂ ਕੀਤੀ ਜੀ, ਇਹ ਤੇ ਤੁਹਾਡੀ ਗੱਲ ਹੈਗੀ ਹੈ। ਉਹ ਫਿਰ ਬਾਬਾ ਸਾਵਣ ਮੱਲ ਜੀ ਸੋਚਦੇ ਵੀ ਉਹ ਵੱਡਿਆਂ ਦੀ ਗੁੱਸੇ ਦੀ ਅਗਨੀ ਹੋਰ ਭੜਕ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਸਿੱਧੀ ਜੀ ਗੱਲ। ਹੁਣ ਇਸੇ ਗੱਲ ਨੂੰ ਸੌਖਾ ਤੁਹਾਨੂੰ ਦੱਸਦੇ ਹਾਂ, ਜਿਹੜਾ ਬਾਬਾ ਸਾਵਣ ਮੱਲ ਆਪਣੇ ਮਨ 'ਚ ਸੋਚਣ ਦੇ ਹੈ ਕਿ ਜੇ ਮਹਾਰਾਜ ਨੂੰ ਮੇਰੇ ਤੇ ਗੁੱਸਾ ਹੋਏਗਾ ਤੇ ਮੈਂ ਜਦੋਂ ਚਰਨੀ ਪੈ ਜਾਣਾ ਤੇ ਮਹਾਰਾਜ ਬੜੇ ਵੱਡੇ ਹੈਗੇ ਆ, ਮਹਾਰਾਜ ਨੇ ਮੈਨੂੰ ਬਖਸ਼ ਦੇਣਾ, ਮਹਾਰਾਜ ਨੇ ਮੈਨੂੰ ਬਖਸ਼ ਦੇਣਾ। ਤੇ ਬਾਕੀ ਜੇ ਮੈਂ ਵੱਲ ਛਲ ਕਰਾਂਗਾ ਤੇ ਗੁੱਸਾ ਵਧਣਾ ਹੀ ਹੈ।
ਹੁਣ ਵੇਖੋ ਨਾ ਜੀ, ਬੰਦਾ ਚੁੰਚ ਗਿਆਨ ਛੱਡੇ ਹੀ ਨਾ, ਵੱਲ ਛਲ ਕਰੀ ਜਾਵੇ, ਗੱਲ ਵੱਧਦੀ ਹੈ ਜੀ। ਬੰਦਾ ਸਭ ਕੁਝ ਛੱਡ ਦੇਵੇ, ਗੱਲ ਕੁਝ ਵੀ ਨਹੀਂ ਜੀ। ਹਾਂਜੀ। ਇਹ ਮਤ ਦ੍ਰਿੜ ਕਰ ਕਹਿਓ ਨਿਰਪਤ ਕੋ, ਹਮਰੇ ਬੜੇ ਤਾਹਾਂ ਅਵਦਾਤ। ਤੇ ਇਹ ਮਤ ਦ੍ਰਿੜ ਕਰਕੇ ਨਾ, ਵਿਚਾਰ ਬਣਾ ਕੇ ਤੇ ਸਾਵਣ ਮੱਲ ਰਾਜੇ ਨੂੰ ਕਹਿਣ ਲੱਗਾ। ਹੁਣ ਬੜੀ ਵੱਡੀ ਗੱਲ ਸੀ, ਪਹਿਲਾਂ ਆਪ ਗੁਰੂ ਬਣਿਆ ਸੀ, ਹੁਣ ਸੱਚੇ ਗੁਰੂ ਬਾਰੇ ਦੱਸਣਾ ਜੀ। ਕਹਿਣ ਲੱਗਾ, ਰਾਜਾ ਜੀ ਸਾਡੇ ਵੱਡੇ ਗੋਇੰਦਵਾਲ ਸਾਹਿਬ ਵਿੱਚ ਰਹਿੰਦੇ ਆ, ਜਿਹੜੇ ਮੇਰੇ ਵੀ ਇੱਕ ਸਤਿਗੁਰੂ ਹਨ। ਹਾਂਜੀ। ਕਿਰਪਾ ਪਾਏ ਤਿਨ ਕੀ ਮੈਂ ਆਇਓ ਹੋ, ਬਸਿਓ ਬਹੁਤ ਸਭ ਕੋ ਸੁਖ ਦਾਤ। ਉਹਨਾਂ ਦੀ ਕਿਰਪਾ ਨਾਲ ਹੀ ਮੈਂ ਇੱਥੇ ਆਇਆ ਸਾਂ। ਗੱਜ ਕੇ ਆਖੋ ਵਾਹਿਗੁਰੂ। ਹੁਣ ਸੱਚ ਬੋਲਣ ਦਾ ਹੈ ਜੀ। ਉਹਨਾਂ ਦੀ ਕਿਰਪਾ ਨਾਲ ਮੈਂ ਇੱਥੇ ਆਇਆ ਸਾਂ। ਇੱਥੇ ਜਿੰਨੇ ਸੁੱਖ ਮਿਲੇ ਨਾ ਤੁਹਾਨੂੰ, ਤੁਹਾਡਾ ਪੁੱਤਰ ਜਿਉਂਦਾ ਹੋਇਆ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਇਆ, ਮੇਰੀ ਕਿਰਪਾ ਨਾਲ ਨਹੀਂ ਹੋਇਆ ਜੀ। ਹਾਂਜੀ। ਅਬ ਦਰਸ਼ਨ ਹਿਤ ਮੈਂ ਚਲ ਜੈ ਹੋ, ਤੁਮ ਵੀ ਚਲ ਕਰ ਪਸਰੋ ਪਾਏ। ਪਰਸੋ ਪਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਾਰੇ ਕਹਿਣ ਲੱਗੇ, ਸਾਵਣ ਮੱਲ ਜੀ ਕਹਿੰਦੇ, ਰਾਜਾ ਜੀ ਮੈਂ ਆਪਣੇ ਸਤਿਗੁਰੂ ਦੇ ਦਰਸ਼ਨ ਕਰਨ ਚੱਲਾਂ ਤੇ ਤੁਸੀਂ ਵੀ ਮੇਰੇ ਨਾਲ ਚੱਲੋ। ਮਹਾਰਾਜ ਦੇ ਚਰਨ ਪਰਸੋ ਜਾ ਕੇ। ਹਾਂਜੀ। ਅਤ ਪੁਨੀਤ ਹੈ ਮਿਲ ਤਿਨਹੋ ਕੋ, ਲੋਕ ਪਰਲੋਕ ਪਲੋ ਹੋਏ ਜਾਏ। ਤੇ ਸਾਵਣ ਮੱਲ ਜੀ ਹੁਣ ਸੱਚ ਬੋਲਦੇ ਆ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ। ਸਾਵਣ ਮੱਲ ਜੀ ਕਹਿਣ ਲੱਗੇ, ਰਾਜਾ ਜੀ ਸਾਡੇ ਸਤਿਗੁਰੂ ਇੰਨੇ ਵੱਡੇ ਨੇ, ਜੇ ਕੋਈ ਉਹਨਾਂ ਦੇ ਦਰਸ਼ਨ ਕਰ ਲੇ ਉਹ ਪੁਨੀਤ ਹੀ ਹੋ ਜਾਂਦਾ, ਉਹ ਪਵਿੱਤਰ ਹੋ ਜਾਂਦਾ। ਹਾਂਜੀ। ਉੱਤਮ ਅਧਿਕ ਅਕੌਰ ਨ ਕੋਲੇ ਹੋ, ਗੁਰੂ ਪ੍ਰਸੰਨਤਾ ਤੇ ਸੁਖ ਪਾਏ। ਰਾਜਾ ਜੀ ਮੈਂ ਤੇ ਚੱਲਾਂ ਸਤਿਗੁਰਾਂ ਦੇ ਕੋਲ, ਤੁਸੀਂ ਵੀ ਉੱਤਮ ਨਜ਼ਰਾਨੇ ਲਓ, ਮੇਰੇ ਨਾਲ ਚੱਲੋ ਤੇ ਅਸਲੀ ਗੁਰੂ ਜੀ ਦੇ ਕੋਲ ਚੱਲੀਏ, ਜਿਹੜੇ ਮਾਲਕ ਨੇ। ਹਾਂਜੀ। ਸਬਰਣ ਵਸ ਸਚਿਵ ਅਰ ਸੈਨਾ, ਪ੍ਰਜਾ ਲੋਕ ਸੰਗੈ ਸਮੁਦਾਏ। ਆਪਣੀਆਂ ਰਾਣੀਆਂ ਵੀ ਨਾਲ ਲਓ, ਆਪਣੀ ਫੌਜ ਵੀ ਨਾਲ ਲਓ, ਵਜ਼ੀਰ ਵੀ ਨਾਲ ਲਓ, ਤੇ ਮੇਰੇ ਨਾਲ ਚੱਲ ਕੇ ਸੱਚੇ ਗੁਰੂ ਦੇ ਦਰਸ਼ਨ ਕਰੋ। ਹੁਣ ਗੁਰੂ ਅਮਰਦਾਸ ਜੀ ਦੀ ਪੰਕਤੀ ਹੈ ਇੱਕ, ਤੁਸੀਂ ਬਾਣੀ ਪੜ੍ਹਨ ਵਾਲੇ ਪ੍ਰੇਮੀ ਬੈਠੇ ਆ। ਬਾਬਾ ਸਾਵਣ ਮੱਲ ਜੀ ਦੇ ਜੀਵਨ 'ਚ ਭਾਵੇਂ ਥੋੜ੍ਹੇ ਸਮੇਂ ਲਈ ਬੇਮੁਖਤਾਈ ਆਈ, ਪਰ ਉਹ ਸਤਿਗੁਰੂ ਤੋਂ ਬੇਮੁਖ ਹੋ ਗਏ ਸਨ। ਤੇ ਮਹਾਰਾਜ ਕਹਿੰਦੇ, ਜੇ ਕੋ ਗੁਰ ਤੇ ਬੇਮੁਖ ਹੋਵੇ, ਗੁਰੂ ਅਮਰਦਾਸ ਸਾਹਿਬ, ਵਿਣ ਸਤਿਗੁਰ ਮੁਕਤ ਨਾ ਪਾਏ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬੱਬੇ ਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਤੋਂ ਬਗੈਰ ਮੁਕਤੀ ਨਹੀਂ ਹੈਗੀ ਜੀ। ਬਾਬਾ ਜੀ ਕਹਿਣ ਲੱਗੇ, ਚੱਲੋ ਮੇਰੇ ਨਾਲ ਸਾਰੇ। ਹਾਂਜੀ। ਨਿਰਪਕਾਰ ਜੋਰੇ ਮਾਨ ਬਾਰਤਾ, ਭਇਓ ਤਿਆਰ ਸਭ ਹੀ ਸੰਗ ਲੀਨਾ। ਰਾਜਾ ਸੋਚਦਾ, ਜੇ ਤੁਹਾਡੇ ਵਿੱਚ ਇੰਨੀਆਂ ਸ਼ਕਤੀਆਂ ਤੇ ਤੁਹਾਡੇ ਗੁਰੂ 'ਚ ਕਿੰਨੀਆਂ ਹੋਣਗੀਆਂ। ਤੇ ਰਾਜੇ ਨੇ ਹੱਥ ਜੋੜੇ ਤੇ ਸਾਵਣ ਮੱਲ ਜੀ ਦੀ ਗੱਲ ਮੰਨ ਲਈ ਤੇ ਸਾਰਿਆਂ ਨੂੰ ਤਿਆਰ ਕੀਤਾ ਵੀ ਚਲੋ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਹਨ। ਹਾਂਜੀ। ਸਾਵਣ ਮਲ ਹਿਤ ਸਿਵਕਾ ਦੀਨਸ, ਗਜ ਬਾਜੀ ਰਚ ਸਾਜ ਨਵੀਨਾ। ਤੇ ਸਾਵਣ ਮੱਲ ਜੀ ਦਾ ਸਤਿਕਾਰ ਬੜਾ ਜੀ। ਪਾਲਕੀ ਲਿਆਂਦੀ, ਹਾਥੀ ਘੋੜਿਆਂ ਤੇ ਸਾਜ ਸਜਾਏ ਜੀ। ਹਾਂਜੀ। ਬਹੁ ਡੋਰੇ ਮਹਿ ਕੀਤੇ ਆਦਿਕ, ਚੜ ਚਾਲੀ ਉਰ ਆਨੰਦ ਕੀਨਾ। ਤੇ ਬੜੇ ਡੋਲੀਆਂ ਦੇ ਵਿੱਚ ਨਾ ਰਾਣੀਆਂ ਬਹਿ ਗਈਆਂ ਜੀ। ਤੇ ਬੜਾ ਲਾਮ ਲਸ਼ਕਰ ਲੈ ਕੇ ਹਰੀਪੁਰ ਤੋਂ ਰਾਜਾ ਤੁਰਿਆ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਹਾਂਜੀ। ਭਇਓ ਉਮਾਹ ਸਭਨ ਕੇ ਮਨ ਮੈਂ ਹੈ, ਦਰਸ਼ਨ ਦੇਖੈ ਹੈ ਗੁਰੂ ਪ੍ਰਵੀਨਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਲੋਕਾਂ ਦੇ ਮਨ ਵਿੱਚ ਚਾਅ ਸੀ ਵੀ ਆਪਾਂ ਹੁਣ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਪੂਰੇ ਗੁਰੂ ਦੇ ਦਰਸ਼ਨ ਕਰਾਂਗੇ।
ਸਾਵਣ ਮੱਲ ਜੀ ਜਿਹੜੇ ਬੜੇ ਵੱਡੇ ਪ੍ਰਤਾਪੀ, ਉਹਨਾਂ ਦੇ ਗੁਰੂ ਦੇ ਦਰਸ਼ਨ ਕਰਾਂਗੇ। ਹਾਂਜੀ। ਸਾਨੇ ਸਾਨੇ ਸਭ ਮਾਰਗ ਉਲੰਘੇ, ਗੋਇੰਦਵਾਲ ਪੂਰੀ ਕੋ ਆਏ। ਬਸ ਹੌਲੀ ਹੌਲੀ ਚਲਦਿਆਂ ਚਲਦਿਆਂ ਪੈਂਡਾ ਮੁੱਕ ਗਿਆ ਤੇ ਸਾਰੀਆਂ ਸੰਗਤਾਂ ਹਰੀਪੁਰ ਦੀਆਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਪਹੁੰਚੀਆਂ ਜੀ। ਹਾਂਜੀ। ਨਦੀ ਪਿਪਾਸ਼ਾ ਕੇ ਤਟ ਉਤਰੇ, ਨ੍ਰਿਪ ਮਹਿਖੀ ਸੈਨਾ ਸਮੁਦਾਏ। ਬਿਆਸ ਦਰਿਆ ਦੇ ਕੰਢੇ ਉਤਰ ਗਏ ਜੀ ਸਾਰੇ, ਰਾਜਾ ਰਾਣੀਆਂ ਸਾਰੇ ਬਿਆਸ ਦਰਿਆ ਦੇ ਕੰਢੇ ਉਤਰੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਥੀ ਘੋੜੇ ਲਾਮ ਲਸ਼ਕਰ ਨਾਲ ਨੇ, ਸਾਵਣ ਮੱਲ ਜੀ ਪਾਲਕੀ 'ਚ ਬਹਿ ਕੇ ਆਏ ਜੀ। ਹਾਂਜੀ। ਧੀਰ ਦਿਲਾਸਾ ਦੇ ਘਰ ਤਬ ਹੀ, ਸਾਵਣ ਮੱਲ ਪੂਰੀ ਪ੍ਰਭ ਛਾਏ। ਗੱਜ ਕੇ ਆਖੋ ਵਾਹਿਗੁਰੂ। ਸਾਵਣ ਮੱਲ ਪਤਾ ਉਹਨਾਂ ਨੂੰ ਕੀ ਕਹਿੰਦੇ? ਕਹਿੰਦੇ ਤੁਸੀਂ ਇੱਥੇ ਬਹਿ ਜਾਓ ਤੇ ਮੈਂ ਚੱਲਾਂ ਵਾਂ ਮਹਾਰਾਜ ਕੋਲ, ਜਦੋਂ ਮਹਾਰਾਜ ਹੁਕਮ ਕਰਨਗੇ ਫਿਰ ਤੁਹਾਨੂੰ ਸੱਦਾਂਗੇ। ਹਾਂਜੀ। ਮਿਲਿਓ ਮੇਲੀਅਨ ਸਿੱਖ ਸਭ ਸੰਗਤ, ਕੁਸ਼ਲ ਪ੍ਰਸੰਨ ਕਰ ਉਰ ਹਰ ਖਾਏ। ਉਧਰੋਂ ਜਾਂਦਿਆਂ ਨੂੰ ਘਰ ਬਣੇ ਜੀ ਲੱਕੜਾਂ ਦੇ ਨਾਲ ਤੇ ਲੋਕ ਬੜੇ ਖੁਸ਼ ਜੀ। ਸਾਵਣ ਮੱਲ ਜੀ ਦੀ ਤੇ ਚੰਗੀ ਜੈ ਜੈਕਾਰ ਹੋਣ ਲੱਗੀ ਜੀ। ਸਾਵਣ ਮੱਲ ਜੀ ਦਾ ਸਤਿਕਾਰ ਕਰਨ, ਖੁਸ਼ ਹੋਣ ਸਾਰੇ। ਹਾਂਜੀ। ਪੁਨ ਸਤ ਗੁਰ ਕੇ ਦਰਸ਼ਨ ਕਾਰਨ, ਕੁਸ਼ਕ ਲਾਜ ਜੁਤ ਕਮਨਿਓ ਪਾਸ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਸਾਵਣ ਮੱਲ ਨਾ ਗੁਰੂ ਅਮਰਦਾਸ ਜੀ ਕੋਲ ਚੱਲੇ ਜੀ, ਤੇ ਪਤਾ ਤੇ ਹੈਗਾ ਵੀ ਮੇਰਾ ਰੁਮਾਲ, ਮਹਾਰਾਜ ਨੇ ਆਪਣਾ ਰੁਮਾਲ ਮੰਗਾ ਲਿਆ ਸੀ ਵਾਪਸ, ਤੇ ਹੁਣ ਸ਼ਕਤੀ ਕੋਈ ਨਹੀਂ ਮੇਰੇ 'ਚ ਹੈਗੀ। ਇਹ ਵੀ ਪਤਾ ਸੀ ਵੀ ਮੈਂ ਜਿਹੜੀ ਬੇਮੁਖਤਾਈ ਕੀਤੀ ਉਹ ਗੁਰੂ ਸਾਹਿਬ ਨੂੰ ਪਤਾ। ਤੇ ਸਾਵਣ ਮੱਲ ਨਾ ਥੋੜੇ ਜਿਹੇ ਸ਼ਰਮਿੰਦੇ ਨੇ ਜਾਣ ਵਿੱਚ ਜੀ। ਇਹ ਵੀ ਮੈਂ ਬੇਨਤੀ ਕਰਾਂ, ਚੰਗਾ ਬੰਦਾ ਸ਼ਰਮਿੰਦਾ ਹੁੰਦਾ ਜੇ, ਮਾੜੇ ਤੇ ਨਹੀਂ ਕੋਈ ਅਸਰ ਹੁੰਦਾ ਜੀ। ਹਾਂਜੀ। ਪੱਗ ਪੰਕਜ ਪਰ ਸਿਰ ਕੋ ਧਰ, ਕਰਦੀ ਕਰ ਕੀਨ ਬੰਧਨ ਨਾ ਭਾਓ ਪ੍ਰਕਾਸ਼। ਪੱਗ ਪੰਕਜ ਸਿਰ ਪਰ ਕੋ ਧਰ ਕਰ, ਕੀਨ ਬੰਧ ਨਾ ਭਾਓ ਪ੍ਰਕਾਸ਼। ਜਾਂਦਿਆਂ ਪਤਾ ਕੀ ਕੀਤਾ ਜੀ? ਸਾਵਣ ਮੱਲ ਜੀ ਨੇ ਕਿਸੇ ਨੂੰ ਨਹੀਂ ਵੇਖਿਆ ਜੀ, ਜਾਂਦਿਆਂ ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਸਿਰ ਹੀ ਰੱਖ ਦਿੱਤਾ ਜੀ, ਮੱਥਾ ਹੀ ਟੇਕ ਦਿੱਤਾ ਜੀ। ਇਹਦੇ ਤੋਂ ਅੱਗੇ ਤੇ ਰਿਹਾ ਹੀ ਕੁਛ ਨਹੀਂ ਜੀ। ਹਾਂਜੀ। ਮੈਂ ਰਾਵਰ ਕੋ ਸਿੱਖ ਅਰਸੁਤ ਸਮ, ਸੇਵਕ ਸਦਾ ਏਕ ਉਰ ਆਸ। ਤੇ ਪਤਾ ਕੀ ਕਹਿਣ ਲੱਗੇ ਮੱਥਾ ਟੇਕਦੇ ਹੋਏ? ਮਹਾਰਾਜ ਮੈਂ ਤੁਹਾਡਾ ਸਿੱਖ, ਤੇ ਮਹਾਰਾਜ ਮੈਂ ਤੁਹਾਡਾ ਭਤੀਜਾ। ਹੁਣ ਭਤੀਜਾ ਵੀ ਚੇਤਾ ਆਇਆ ਜੀ। ਮਹਾਰਾਜ ਮੈਂ ਤੁਹਾਡਾ ਸਿੱਖ ਤੇ ਮੈਂ ਤੁਹਾਡਾ ਭਤੀਜਾ, ਪਰ ਮੈਨੂੰ ਪਤਾ ਤੁਸੀਂ ਭਤੀਜੇ ਹੋਣ ਕਰਕੇ ਮੇਰੇ ਨਾਲ ਬਹੁਤਾ ਪਿਆਰ ਨਹੀਂ ਕਰਨਾ, ਤੁਹਾਡੇ ਲਈ ਸਾਰੇ ਬਰਾਬਰ ਹੀ ਨੇ ਜੀ। ਹਾਂਜੀ। ਲਗ ਬਿਗਾਰ ਦੇ ਵੱਡੇ ਸੁਧਾਰ ਹੈ, ਛੀਮਾ ਕਰਹਿ ਆਪਨੋ ਲਖ ਤਾਸ। ਤੇ ਕਹਿਣ ਲੱਗੇ ਮਹਾਰਾਜ ਛੋਟੇ ਵਿਗਾੜਦੇ ਆ ਤੇ ਵੱਡੇ ਸੁਧਾਰਦੇ ਆ, ਸ਼ੁਰੂ ਤੋਂ ਹੀ ਹੈ। ਇੱਕ ਆਮ ਪ੍ਰਚਲਿਤ ਗੱਲ ਹੈ ਜੀ, ਖਿਮਾ ਬੜਨ ਕੋ ਚਾਹੀਏ, ਛੋਟਨ ਕੋ ਉਤਪਾਤ। ਛੋਟੇ ਭੁੱਲਾਂ ਕਰਦੇ, ਵੱਡੇ ਬਖਸ਼ ਦਿੰਦੇ। ਮਹਾਰਾਜ ਤੇ ਤੁਹਾਡਾ ਸੁਭਾਅ, ਤੇ ਮੇਰੇ ਕੋਲੋਂ ਹੋ ਗਈ ਭੁੱਲ ਤੇ ਮੈਂ ਹਾਂ ਛੋਟਾ। ਹਾਂਜੀ। ਸਿੱਖਿਆ ਦਿੱਤ ਦੁਲਾਰਤ ਸੁਤ ਕੋ, ਅਵਗੁਣ ਮਨ ਮਹਿ ਤਰਹਿ ਨਾ ਕੋਏ। ਮਹਾਰਾਜ ਜਦੋਂ ਕੋਈ ਛੋਟੇ ਕੋ ਭੁੱਲ ਹੋ ਜਾਂਦੀ, ਉਹ ਭੁੱਲ ਮੰਨ ਲੈਂਦਾ ਤੇ ਮਾਂ ਪਿਓ ਭੁੱਲ ਜਾਂਦੇ ਉਹਦੀ ਗੱਲ ਨੂੰ। ਹਾਂਜੀ। ਉਪਜੈ ਹੈ ਲਾਜ ਬੜਨ ਕੇ ਹੀਰੇ, ਸਿੱਖ ਸੇਵਕ ਸੁਤ ਖੋਟ ਜੇ ਹੋਏ। ਤੇ ਮਹਾਰਾਜ ਮੇਰੇ ਵੱਡੇ ਮਾਪੇ ਜਿਹੜੇ ਹੁੰਦੇ ਨਾ, ਜਦੋਂ ਬੱਚਾ ਮਾਫੀ ਮੰਗਦਾ ਹੋਰ ਲਾਡ ਕਰਦੇ, ਉਹਦੇ ਨਾਲ ਹੋਰ ਲਾਡ ਕਰਦੇ ਆ। ਤੇ ਮਹਾਰਾਜ ਮੇਰੇ ਕੋਲੋਂ ਭੁੱਲ ਹੋਈ ਬੜੀ ਵੱਡੀ, ਵੇਖ ਲੋ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਵੀ ਵਿਗੜਿਆ ਕੰਮ ਕਿਉਂ ਨਾ ਹੋਵੇ, ਨਿਮਰਤਾ ਵਾਲੇ ਬੋਲ ਬੰਦੇ ਦਾ ਕੰਮ ਸਵਾਰ ਦਿੰਦੇ ਜੀ। ਫਿਰ ਗੱਲ ਸੁਣਿਓ, ਗੱਲ ਕਿੰਨੀ ਵੀ ਵਿਗੜ ਗਈ ਹੋਵੇ, ਨਿਮਰਤਾ ਵਾਲੇ ਬੋਲ ਬੰਦੇ ਦਾ ਸਵਾਰ ਦਿੰਦੇ ਜੀ। ਤੇ ਗੱਲ ਅੱਗੇ ਵਿਗੜੀ ਜੀ ਤੇ ਬੰਦਾ ਅੰਦਰੋਂ ਅੱਗ ਕੱਢੇ, ਕੰਮ ਹੋਰ ਖਰਾਬ ਹੁੰਦਾ ਜੀ। ਹਾਂਜੀ।
ਬਖਸ਼ੈ ਹੈ ਖਤਾ ਬਿਰਦ ਨਿਜ ਜਾਨਾ ਹੈ ਤੁਮ ਅੰਤਰ ਯਾਮੀ ਸਭ ਜੋਏ। ਤੇ ਸਾਵਣ ਮੱਲ ਜੀ ਨਾ ਜੀ ਤਾਂ ਨਾ ਸਿਰ ਕਰਨ, ਤੇ ਮਹਾਰਾਜ ਨੂੰ ਉੱਥੇ ਹੀ ਬੋਲੀ ਜਾਣ, ਚਰਨਾਂ 'ਚ ਸਿਰ ਰੱਖਿਆ। ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ, ਹੁਣ ਮੈਨੂੰ ਬਖਸ਼ ਵੀ ਲਓ ਸੱਚੇ ਪਾਤਸ਼ਾਹ, ਤੁਹਾਡਾ ਹੀ ਹੈ ਮਹਾਰਾਜ, ਤੁਸੀਂ ਜਾਣਦੇ ਹੋ ਸਾਰੀ ਗੱਲ। ਹਾਂਜੀ। ਕਾਹੋਂ ਕਾਹਾਂ ਤੁਮ ਜਾਨਾ ਹੋ ਸਗਰੀ ਇਮ ਕਹਿ ਜੋਰ ਰਹਿਓ ਕਰ ਉਹ ਦੋਏ। ਸੰਗਤਾਂ ਸੋਚਦੀਆਂ ਵੀ ਸਾਵਣ ਮੱਲ ਕੋਲੋਂ ਕਿਹੜੀ ਭੁੱਲ ਹੋਈ ਹੈ, ਪਰ ਸਾਵਣ ਮੱਲ ਜੀ ਨੂੰ ਪਤਾ ਵੀ ਮੇਰੇ ਕੋਲੋਂ ਭੁੱਲ ਹੋ ਗਈ ਹੈ। ਮਹਾਰਾਜ ਮੈਂ ਤੁਹਾਨੂੰ ਕਿਹੜੀ ਗੱਲ ਦੱਸਾਂ, ਤੁਹਾਨੂੰ ਸਭ ਪਤਾ ਮੇਰੇ ਵਿੱਚ ਕਿਹੜੀ ਕਮੀ ਸੀਗੀ। ਹਾਂਜੀ। ਸ਼੍ਰੀ ਸਤ ਗੁਰ ਮੁਸਕਾਨੇ ਪਿਕ ਖੈ ਕਿਰਪਾ ਸਿੰਧ ਕਰ ਕਿਰਪਾ ਬਖਾਨਾ। ਤੇ ਜਦੋਂ ਸਾਵਣ ਮੱਲ ਜੀ ਨੇ ਨਾ ਜੀ ਨਿਮਰਤਾ ਵਾਲੇ ਬੋਲੇ ਨਾ ਜੀ, ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਖੁਸ਼ ਹੋ ਗਏ ਜੀ। ਕੁਦਰਤੀ ਹੈ, ਕੋਈ ਬੰਦਾ ਗੁੱਸੇ ਵਿੱਚ ਹੋਵੇ, ਤੁਸੀਂ ਉਹਦੇ ਨਾਲ ਨਿਮਰਤਾ ਦੇ ਨਾਲ ਗੱਲ ਕਰ ਦਿਓ, ਉਹ ਠੰਡਾ ਹੋ ਜਾਏਗਾ ਜੀ। ਤੇ ਕੋਈ ਬੰਦਾ ਨਿਮਰਤਾ 'ਚ ਹੋਵੇ, ਤੁਸੀਂ ਅੱਗੋਂ ਗੁੱਸੇ ਨਾਲ ਗੱਲ ਕਰੋ, ਕਈ ਵਾਰੀ ਉਹਦੇ ਅੰਦਰ ਵੀ ਗੁੱਸਾ ਪੈਦਾ ਹੋ ਜਾਂਦਾ ਜੀ। ਨਿਮਰਤਾ ਬੜੀ ਵੱਡੀ ਦਾਤ ਹੈ, ਤੇ ਜਿਹੜੀ ਨਿਮਰਤਾ ਹੈ ਨਾ ਜੀ, ਉਹ ਸਾਧ ਸੰਗਤ ਦੀ ਇੱਕ ਖਜ਼ਾਨਾ ਹੀ ਹੈਗਾ ਜੀ। ਜਿਸ ਬੰਦੇ ਕੋ ਹੁੰਦੀ ਉਹ ਮਾਰ ਨਹੀਂ ਖਾਂਦਾ ਜੀ। ਬਸ ਮਹਾਰਾਜ ਖੁਸ਼ ਹੋ ਗਏ ਦੀ ਗੱਲ ਸੁਣ ਕੇ, ਇੰਨੀ ਗੱਲ ਹੁੰਦੀ ਜੀ ਬਸ। ਹਾਂਜੀ। ਸਿੱਖ ਸੇਵਕ ਸੁਤ ਅਹੈ ਜੇ ਮੇਰੇ ਤਿਨ ਕੋ ਚਾਹੋਂ ਕਰਨ ਕਲਿਆਣ। ਤੇ ਮਹਾਰਾਜ ਪਤਾ ਗੁਰੂ ਅਮਰਦਾਸ ਸਾਹਿਬ ਕੀ ਕਹਿਣ ਲੱਗੇ, ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਨਾਲੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਜਿਹੜੇ ਮੇਰੇ ਸਿੱਖ ਨੇ ਉਹ ਮੇਰੇ ਲਈ ਮੇਰੇ ਪੁੱਤਰ ਹੀ ਨੇ ਸਾਰੇ, ਤੇ ਮੈਂ ਆਪਣੇ ਸਾਰੇ ਸਿੱਖਾਂ ਦਾ ਕਲਿਆਣ ਕਰਨਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਇਹਦਾ ਕਲਿਆਣ ਹੋਵੇ ਤੇ ਉਹਦਾ ਨਾ ਹੋਵੇ, ਮੈਂ ਸਭਨਾਂ ਦਾ ਕਲਿਆਣ ਕਰਨਾ ਚਾਹੁੰਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਹਾਂਜੀ। ਤੁਵ ਮਨ ਮਹਿ ਹੰਕਾਰ ਬਿਆਦ ਪੀ ਤਿਸ ਹਰ ਬਿਹਿਤ ਇਮਕ੍ਰਿਤ ਠਾਨ। ਮਹਾਰਾਜ ਕਹਿੰਦੇ ਸਾਵਣ ਮੱਲ ਤੇਰੇ ਮਨ 'ਚ ਹਉਮੈ ਆ ਗਈ ਸੀਗੀ, ਵਿਆਧੀ ਰੋਗ ਹੋ ਗਿਆ ਸੀ, ਤੇਰੇ ਮਨ 'ਚ ਪੂਜਾ ਕਰਾਉਣ ਦਾ ਸ਼ੌਂਕ ਪੈਦਾ ਹੋ ਗਿਆ ਸੀਗਾ। ਮਹਾਰਾਜ ਕਹਿੰਦੇ ਇਹ ਫਿਰ ਅਸੀਂ ਦੂਰ ਤੇ ਕਰਨਾ ਸੀ ਨਾ। ਪਿਆਰਿਓ, ਧੀ ਪੁੱਤ ਨੂੰ ਰੋਗ ਲੱਗ ਜੇ, ਮਾਂ ਪਿਓ ਨੂੰ ਚਿੰਤਾ ਹੁੰਦੀ ਜੇ। ਤੇ ਕਈ ਮਾਂ ਪਿਓ ਤਾਂ ਐਸੇ ਇੱਕਦਮ ਪੁੱਤਰ ਨੂੰ ਰੋਗ ਪੈਦਾ ਹੋ ਜੇ, ਮਾਂ ਪਿਓ ਰੋਣ ਲੱਗ ਪੈਂਦੇ ਜੀ। ਆਮ ਮਾਂ ਪਿਓ ਸਰੀਰ ਦੇ ਰੋਗ ਵੇਖਦੇ ਆ, ਸਤਿਗੁਰੂ ਸਾਡੇ ਐਸੇ ਮਾਤਾ ਪਿਤਾ ਹਨ ਜਿਹੜੇ ਸਾਡੇ ਮਨ ਦੇ ਰੋਗ ਵੇਖਦੇ ਆ। ਤੇ ਜਦੋਂ ਸਾਡੇ ਮਨ ਨੂੰ ਰੋਗ ਲੱਗਦਾ ਹੈ ਨਾ, ਤੇ ਸੱਚੀ ਗੱਲ 'ਚ ਸਤਿਗੁਰੂ ਨੂੰ ਚਿੰਤਾ ਹੁੰਦੀ ਵੀ ਇਹਦਾ ਰੋਗ ਠੀਕ ਕਰਨਾ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਰਾਜੀ ਕਰਨਾ ਹੈ। ਸੋ ਮਹਾਰਾਜ ਕਹਿਣ ਲੱਗੇ ਹੁਣ ਤੈਨੂੰ ਠੀਕ ਵੀ ਤੇ ਕਰਨਾ ਸੀ ਨਾ। ਹਾਂਜੀ। ਲਿਓ ਰੁਮਾਲਨ ਕਰ ਚਿਤ ਚਿੰਤਾ ਅਬ ਪੀ ਤੁਝ ਦੈਹੋਂ ਬਹੁ ਦਾਨ। ਮਹਾਰਾਜ ਕਹਿਣ ਲੱਗੇ ਚਿੱਤ ਵਿੱਚ ਚਿੰਤਾ ਕਰਕੇ ਸਾਨੂੰ ਚਿੰਤਾ ਹੋਈ, ਤੇ ਫਿਰ ਅਸੀਂ ਵੇਖਿਆ ਵੀ ਤੈਨੂੰ ਪੂਜਾ ਦਾ ਜਿਹੜਾ ਰੋਗ ਹੈ ਰੁਮਾਲ ਕਰਕੇ ਲੱਗਾ, ਤੇ ਅਸੀਂ ਰੁਮਾਲ ਲੈ ਲਿਆ। ਪਰ ਸਾਵਣ ਮੱਲ ਚਿੰਤਾ ਨਾ ਕਰ। ਵੇਖੋ ਸਤਿਗੁਰੂ ਕਿੱਡੇ ਦਿਆਲੂ ਨੇ। ਮਹਾਰਾਜ ਕਹਿਣ ਲੱਗੇ ਸਾਵਣ ਮੱਲ ਚਿੰਤਾ ਨਾ ਕਰ, ਤੈਨੂੰ ਅਜੇ ਵੀ ਬੜਾ ਦਾਨ ਦੇਣਾ। ਮਹਾਰਾਜ ਕਹਿਣ ਲੱਗੇ ਅਜੇ ਵੀ ਤੇਰੇ ਕੋਲ ਬੜੀਆਂ ਬਖਸ਼ਿਸ਼ਾਂ ਨੇ। ਮਹਾਰਾਜ ਕਹਿਣ ਲੱਗੇ ਹਾਂਜੀ। ਦੇਸ਼ ਹਰੀਪੁਰ ਸਹਿਤ ਨ੍ਰਿਪਤ ਜੁਤ ਇਹੋ ਸੰਗਤ ਸਗਰੀ ਤੁਜ ਦੀਨ। ਗੱਜ ਕੇ ਆਖੋ ਵਾਹਿਗੁਰੂ। ਅਜੇ ਰਾਜਾ ਨਹੀਂ ਆਇਆ ਜੀ, ਰਾਜਾ ਨਹੀਂ ਆਇਆ। ਰਾਜਾ ਤਾਂ ਉੱਥੇ ਬੈਠਾ ਜੀ ਦਰਿਆ ਦੇ ਕੰਢੇ ਤੇ। ਮਹਾਰਾਜ ਕਹਿਣ ਲੱਗੇ ਸਾਵਣ ਮੱਲ ਪੂਰੇ ਦਾ ਪੂਰਾ ਹਰੀਪੁਰ ਦੇਸ਼ ਹੀ ਤੈਨੂੰ ਦਿੱਤਾ, ਸਾਰੀ ਸੰਗਤ ਤੈਨੂੰ ਦਿੱਤੀ, ਤੈਨੂੰ ਉਸ ਦੇਸ਼ ਦਾ ਮੁਖੀ ਥਾਪਿਆ। ਵੇਖ ਲਓ ਮਹਾਰਾਜ ਨੇ ਇੱਛਾ ਵੀ ਪੂਰੀ ਕਰ ਦਿੱਤੀ ਤੇ ਬਚਾ ਵੀ ਲਿਆ ਜੀ।
ਹਾਂਜੀ। ਚਿਰੰਕਾਲ ਸੁਖ ਭੋਗੋ ਬਨ ਗੁਰ, ਮੇਰੀ ਦਾਤ ਨਾ ਹੋਵੈ ਹੈ ਹੀਨਾ। ਮਹਾਰਾਜ ਕਹਿੰਦੇ ਚਿਰੰਕਾਲ ਗੁਰੂ ਬਣ, ਉੱਥੇ ਭਾਵ ਉੱਥੇ ਮੁਖੀ ਬਣ, ਤੇ ਚੇਤਾ ਰੱਖ ਸਾਡੀਆਂ ਬਖਸ਼ਿਸ਼ਾਂ ਜਿਹੜੀਆਂ ਤੇਰੇ ਕੋਲ ਨੇ ਉਹ ਘਟਣਗੀਆਂ ਨਹੀਂ ਹੁਣ, ਕਹਿਣ ਲੱਗੇ, ਕਿਉਂਕਿ ਤੂੰ ਢਹਿ ਪਿਆ ਨਾ, ਹੁਣ ਉਹ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਘਟਣਗੀਆਂ ਨਹੀਂ ਤੇਰੇ ਕੋਲੋਂ। ਹਾਂਜੀ। ਰਹੋ ਕੁਸ਼ਲ ਸੋ ਸਭ ਕੁਛ ਪਾਵਹੁ, ਪੁਨ ਪਰ ਲੋਕ ਮੈਂ ਨਿਜ ਡਿਡ ਕੀਨਾ। ਗੱਜ ਕੇ ਆਖੋ ਵਾਹਿਗੁਰੂ। ਇੱਥੋਂ ਤੱਕ ਮਹਾਰਾਜ ਨੇ ਸਾਵਣ ਮੱਲ ਨੂੰ ਕਹਿਤਾ, ਸਾਵਣ ਮੱਲ ਜਿੰਨਾ ਚਿਰ ਤੱਕ ਤੂੰ ਜਿਉਂਦਾ ਰਹੇਗਾ ਸੁੱਖ ਮਾਣੇਗਾ, ਤੇ ਜਦੋਂ ਤੂੰ ਸਰੀਰ ਤਿਆਗ ਦਿੱਤਾ ਨਾ, ਤੂੰ ਸਾਡੇ ਕੋਲ ਹੀ ਆ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਨਿਰਭੈ ਫਿਰਹੁ ਸਭ ਭੂਤ ਪ੍ਰੇਤ, ਜੇ ਡਾਕਨ ਆਦ ਸੋ ਤੋਹੇ ਅਧੀਨਾ। ਮਹਾਰਾਜ ਕਹਿੰਦੇ ਨਿਰਭੈ ਹੋ ਕੇ ਵਿਚਰ, ਜੋ ਭੂਤ ਪ੍ਰੇਤ ਡਾਕਣਾ ਹੈਗੀਆਂ ਤੇਰਾ ਕਹਿਣਾ ਮੰਨਿਆ ਕਰਨਗੀਆਂ, ਕਹਿਣ ਲੱਗੇ। ਇਹੋ ਹੀ ਗੱਲ ਹੈ ਨਾ, ਬਸ ਆ ਜਿਹੜੀ ਹਉਮੈ ਹੈ ਨਾ, ਇਹ ਬੰਦੇ ਦਾ ਖਹਿੜਾ ਨਹੀਂ ਛੱਡਦੇ, ਮੇਰੀ ਗੱਲ ਬਣੀ ਰਵੇ। ਤੇ ਮਾਫ ਕਰਿਓ, ਅਸੀਂ ਕਿਹੜੇ ਬਹੁਤੇ ਧਾਰਮਿਕ ਹੈਗੇ ਹਾਂ ਜੀ। ਹਰ ਬੰਦੇ ਨੂੰ ਹੁੰਦਾ ਮੇਰਾ ਅਸਰ ਰਸੂਖ ਜਿਹੜਾ ਹੈ ਨਾ ਬਣਿਆ ਰਵੇ, ਪਰ ਇਹਦੇ ਚੱਕਰ 'ਚ ਕਿਸੇ ਨਾਲ ਧੱਕਾ ਨਾ ਕਰੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਮਿਹਰ ਕਰਤੀ। ਮਹਾਰਾਜ ਕਹਿੰਦੇ ਕੋਈ ਨਹੀਂ, ਬਣਿਆ ਰਹੇਗਾ ਤੇਰਾ ਅਸਰ ਰਸੂਖ। ਜਿੰਨਾ ਵੱਡਾ ਗੁਰੂ ਕੋਲ ਬਖਸ਼ਿਸ਼ਾਂ ਦਾ ਸਮੁੰਦਰ ਹੈ, ਤੇ ਇੱਕ ਬੂੰਦ ਦੇ ਬਰਾਬਰ ਨਹੀਂ ਹੈਗੀ ਗੱਲ ਜੀ। ਹਾਂਜੀ। ਗੁਪਤ ਰਹਿਤ ਜੇ ਸ਼ਕਤ ਜੁਗਤ, ਬੜ ਮਮ ਬਖਸ਼ਿਸ਼ ਤੇ ਤੁਜ ਟਿਗ ਆਏ। ਮਹਾਰਾਜ ਕਹਿਣ ਲੱਗੇ ਜਿਹੜੀਆਂ ਗੁਪਤ ਬਖਸ਼ਿਸ਼ਾਂ ਨੇ ਉਹ ਸਾਡੀਆਂ ਤੇਰੇ ਕੋਲ ਆਉਂਦੀਆਂ ਹੀ ਰਹਿਣਗੀਆਂ, ਤੇਰੇ ਕੋਲ ਕਮੀ ਨਹੀਂ ਹੋਏਗੀ ਬਖਸ਼ਿਸ਼ਾਂ ਦੀ। ਹਾਂਜੀ। ਚਿਤ ਮਹਿ ਚਾਹੋ ਕਰਵਾਵਹੁ ਤਿਨ ਤੇ, ਨਹਿ ਆਗਿਆ ਕੋ ਸਕਹਿ ਮਿਟਾਏ। ਮਹਾਰਾਜ ਕਹਿਣ ਲੱਗੇ ਤੂੰ ਝੁਕ ਗਿਆ ਨਾ ਆ ਕੇ, ਤੇ ਕੋਈ ਗੱਲ ਨਹੀਂ, ਜੋ ਤੂੰ ਆਖਿਆ ਕਰੇਗਾ ਤੇਰੀ ਗੱਲ ਸੱਚੀ ਹੋਇਆ ਕਰੇਗੀ। ਮਹਾਰਾਜ ਕਹਿਣ ਲੱਗੇ ਬਸ ਇਸੇ ਤਰ੍ਹਾਂ ਬੰਦੇ ਨੂੰ ਹੁੰਦਾ ਵੀ ਮੇਰਾ ਕੰਮ ਤੁਰਿਆ ਰਵੇ, ਤੇ ਤੁਰਿਆ ਰਹਿੰਦਾ ਜੇ ਬੰਦਾ ਸਤਿਗੁਰੂ ਅੱਗੇ ਝੁਕਿਆ ਰਵੇ ਜੀ। ਹਾਂਜੀ। ਨਿਸ ਦਿਨ ਸੇਵਹਿ ਸਗਰੇ, ਤੋ ਕਹੋ ਮਮ ਸੇਵਾ ਤੇ ਇਹੋ ਫਲ ਪਾਏ। ਮਹਾਰਾਜ ਕਹਿੰਦੇ ਤੂੰ ਸਾਡੀ ਸੇਵਾ ਕੀਤੀ, ਸਾਡਾ ਬਚਨ ਮੰਨਿਆ, ਤੇ ਦਿਨ ਰਾਤ ਹੀ ਤੇਰੀ ਸੇਵਾ ਹੋਇਆ ਕਰੇਗੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਨਾ ਜੀ ਗੁਰਮੁਖ ਸਨ, ਉਹਨਾਂ ਨੇ ਕਿਸੇ ਗੁਰਮੁਖ ਦੀ ਬੜੀ ਸੇਵਾ ਕੀਤੀ ਜੀ। ਉਹਨਾਂ ਅੱਗੋਂ ਬਚਨ ਕੀਤਾ, ਕਹਿਣ ਲੱਗੇ ਤੁਸੀਂ ਸਾਡੀ ਸੇਵਾ ਬੜੀ ਕੀਤੀ ਹੈ, ਚਿੰਤਾ ਨਾ ਕਰਿਓ, 10-15 ਬੰਦੇ ਹਰ ਵਕਤ ਤੁਹਾਡੀ ਸੇਵਾ ਕਰਿਆ ਕਰਨਗੇ। ਤੇ ਮੈਂ ਵੇਖਿਆ ਜੀ 10-15 ਸਰੀਰ ਹਰ ਵਕਤ ਹੀ ਉਹਨਾਂ ਦੀ ਸੇਵਾ ਵਿੱਚ ਹੁੰਦੇ ਜੀ। ਤੇ ਮੈਂ ਕਿਹਾ ਜੀ ਇਹ ਕੀ? ਕਹਿਣ ਲੱਗੇ ਗੁਰਮੁਖਾਂ ਨੇ ਬਚਨ ਕੀਤਾ ਸੀਗਾ। ਤੇ ਮੈਂ ਕਿਹਾ ਜੀ ਤੁਸੀਂ ਸੇਵਾ ਕੀ ਕਰਦੇ ਸੀਗੇ? ਕਹਿੰਦੇ ਸੇਵਾ ਕਾਹਦੀ ਹੁੰਦੀ ਹੈ, ਇਹ ਤੇ ਇੱਕ ਬਹਾਨਾ ਹੀ ਹੁੰਦਾ ਹੈ ਬਖਸ਼ਿਸ਼ ਮਿਲਣ ਦਾ, ਜੋ ਉਹਨਾਂ ਕਹਿਣਾ ਮੈਂ 7 ਵਚਨ ਕਰੀ ਜਾਣਾ। ਤੇ ਉਹ ਖੁਸ਼ ਹੋ ਗਏ। ਮਹਾਰਾਜ ਕਹਿਣ ਲੱਗੇ ਦਿਨ ਰਾਤ ਬੰਦੇ ਤਿਆਰ ਹੋਇਆ ਕਰਨਗੇ ਤੇਰੀ ਸੇਵਾ ਵਾਸਤੇ। ਹਾਂਜੀ। ਬਨ ਗੁਰ ਚਰਨ ਪੂਜਾਵਹੁ ਸਭ ਤੇ, ਅਪਰ ਨਾ ਸ਼ੰਕਾ ਕੁਛ ਮਨ ਲਿਆਏ। ਮਹਾਰਾਜ ਕਹਿੰਦੇ ਮੁਖੀ ਬਣ ਕੇ ਤੁਰਿਆ ਫਿਰ, ਸ਼ੰਕਾ ਨਾ ਕਰੀ, ਹੁਣ ਤੇਰੀ ਵਾਹ ਵੱਲ ਨਹੀਂ ਕੋਈ ਵੇਖਦਾ। ਬਖਸ਼ਿਸ਼ ਕੌਣ ਦੇ ਰਿਹਾ? ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਮ ਰੁਮਾਲ ਤੇ ਸਿੱਧਾ ਸਗਰੀ, ਪਾਇਓ ਤੋਹੇ ਮਨ ਤਿਨ ਮਹਿ ਲੀਨਾ। ਮਹਾਰਾਜ ਕਹਿੰਦੇ ਕੋਈ ਨਹੀਂ, ਉਹ ਜਿਹੜੀਆਂ ਸਾਡੇ ਰੁਮਾਲ 'ਚ ਸਿੱਧੀਆਂ ਬਖਸ਼ਿਸ਼ਾਂ ਸਨ ਨਾ, ਜੇ ਅੱਗੇ ਤੇ ਸਨ ਬਸਤਰ ਵਿੱਚ, ਮਹਾਰਾਜ ਕਹਿੰਦੇ ਹੁਣ ਸਾਰੀਆਂ ਤੇਰੇ ਸਰੀਰ ਵਿੱਚ ਪਾ ਦਿੱਤੀਆਂ। ਕਹਿਣ ਲੱਗੇ ਵੇਖ ਲਓ ਗੁਰੂ ਦੀ ਬਖਸ਼ਿਸ਼। ਹਾਂਜੀ। ਪਾਏ ਪਇਓ ਹੰਕਾਰ ਤਿਨ ਹੋਤੇ, ਭਗਤ ਪੰਥ ਤੇ ਹੋਇਓ ਹੋ ਲੀਨਾ। ਮਹਾਰਾਜ ਕਹਿੰਦੇ ਅਸਲ ਵਿੱਚ ਤੇਰੇ ਮਨ 'ਚ ਹਉਮੈ ਆ ਗਈ ਸੀ, ਤੇ ਤੂੰ ਭਗਤੀ ਵਾਲਾ ਨਹੀਂ ਸੀ ਰਿਹਾ। ਹਾਂਜੀ। ਗਤ ਪਰ ਲੋਕ ਬਿਗਰੇ ਹੈ ਤਿਨ ਤੇ, ਜਾਂ ਤੇ ਮੈਂ ਸਭ ਲੀਨਸ ਛੀਨਾ। ਗੱਜ ਕੇ ਆਖੋ ਵਾਹਿਗੁਰੂ।
ਤੇ ਤੇਰੀ ਪਰਲੋਕ ਦੀ ਗਤੀ ਵਿਗੜ ਜਾਣੀ ਸੀ ਜੇ ਅਸੀਂ ਤੇਰਾ ਇਹ ਕੰਮ ਨਾ ਕਰਦੇ। ਬਸ ਉਹ ਗੱਲ, ਜੇ ਗੁਰ ਝਿੜਕੇ ਤਾਂ ਮੀਠਾ ਲੱਗਾ, ਬਖਸ਼ ਲਏ ਤਾਂ ਗੁਰ ਵਡਿਆਈ। ਦੋ ਕੰਮ ਨੇ ਜੀ, ਕਿਸੇ ਕੋਲੋਂ ਗਲਤੀ ਹੋਵੇ ਜਾਂ ਤੇ ਝਿੜਕਾਂ ਪੈਣਗੀਆਂ ਤੇ ਜਾਂ ਉਹ ਬੰਦਾ ਕੁਛ ਨਹੀਂ ਕਰੇਗਾ। ਤੇ ਮਹਾਰਾਜ ਕਹਿੰਦੇ ਸਿੱਖਾ ਤੇਰੇ ਕੋਲ ਗਲਤੀ ਹੋ ਜੇ ਮਹਾਰਾਜ ਬਖਸ਼ ਲੈਣ, ਇਹ ਸਤਿਗੁਰੂ ਦੀ ਵਡਿਆਈ, ਤੈਨੂੰ ਕਹਿਣ ਨਾ ਕੁਛ। ਪਰ ਚੇਤਾ ਰੱਖੀ, ਜੇ ਝਿੜਕ ਵੀ ਮਾਰ ਦੇਣ ਤੇ ਚਿੰਤਾ ਨਾ ਕਰੀ, ਸਮਝੀ ਮਿੱਠਾ ਹੀ ਮਿਲ ਰਿਹਾ ਹੈ। ਮਹਾਰਾਜ ਕਹਿੰਦੇ ਜੇ ਇਹ ਕੰਮ ਨਾ ਕਰਦੇ ਤੇਰਾ ਪਰਲੋਕ ਵਿਗੜ ਜਾਣਾ ਸੀ। ਹਾਂ, ਰਛਿਆ ਕਰੀ ਸਕਲ ਬਿਦਤੇ ਤੁਵ, ਅਬ ਸਿਮਰ ਹੋ ਸਤ ਨਾਮ ਪ੍ਰਬੀਨਾ। ਮਹਾਰਾਜ ਕਹਿੰਦੇ ਅਸੀਂ ਤੇ ਤੇਰੀ ਰੱਖਿਆ ਕੀਤੀ ਹੈ। ਮਹਾਰਾਜ ਕਹਿੰਦੇ ਜਾ ਹੁਣ ਉਸ ਨਗਰ ਵਿੱਚ ਮੁਖੀ ਬਣ, ਆਪ ਵੀ ਵਾਹਿਗੁਰੂ ਦਾ ਸਿਮਰਨ ਕਰ ਤੇ ਲੋਕਾਂ ਨੂੰ ਵੀ ਜਪਾ। ਕੀ ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਹਿੰਦੇ ਨਾਮ ਜਪਾ। ਹਾਂਜੀ। ਦੋਹਰਾ ਇਸ ਬਿਦ ਆਪਣੋ ਜਾਣ ਕੈ, ਸੁਖ ਦੀਨਸ ਦੋਇ ਲੋਕ। ਇਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਨੇ ਸਾਵਣ ਮੱਲ ਨੂੰ ਆਪਣਾ ਸਿੱਖ ਜਾਣ ਕੇ, ਆਪਣਾ ਜਾਣ ਕੇ ਦੋਵਾਂ ਲੋਕਾਂ ਦੇ ਸੁੱਖ ਦਿੱਤੇ ਜੀ। ਇਸ ਲੋਕ 'ਚ ਪੂਜਾ, ਅਗਲੇ ਲੋਕ 'ਚ ਸਿੱਧਾ ਹੀ ਸਾਡੇ ਕੋਲ ਆਏਗਾ ਕਹਿਣ ਲੱਗੇ। ਹਾਂਜੀ। ਧੰਨ ਧੰਨ ਸ੍ਰੀ ਗੁਰ ਅਮਰ, ਸਿਮਰਹੁ ਕਰੈ ਅਸ਼ੋਕ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਿੱਖੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਿਮਰਨ ਕਰਿਆ ਕਰੋ, ਮਹਾਰਾਜ ਨੂੰ ਚੇਤੇ ਕਰਿਆ ਕਰੋ, ਦੁੱਖ ਦੂਰ ਹੋ ਜਾਣਗੇ। ਮਹਾਰਾਜ ਨੂੰ ਚੇਤੇ ਕਰਿਆ ਕਰੋ, ਮਹਾਰਾਜ ਦੇ ਗੁਣਾਂ ਨੂੰ ਚੇਤੇ ਕਰਿਆ ਕਰੋ। ਕੀ ਆਖਿਆ ਕਰੋ? ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ। ਬਸ ਸਿੱਖ ਢਹਿ ਪਵੇ ਜੀ। ਕਿੱਡੀ ਭੁੱਲ ਕੀਤੀ ਜੀ। ਬਰਾਬਰਤਾਈ ਦਾ ਅਧਿਕਾਰ ਲੈ ਕੇ ਸਾਵਣ ਮੱਲ ਜੀ ਬਹਿ ਗਏ, ਪਰ ਜਦੋਂ ਨੀਵੇਂ ਹੋ ਗਏ ਤੇ ਮਹਾਰਾਜ ਨੇ ਚਿਰ ਵੀ ਨਹੀਂ ਲਾਇਆ ਬਖਸ਼ਣ ਲੱਗਿਆ ਜੀ। ਐਡਾ ਬਖਸ਼ਿੰਦ ਸਤਿਗੁਰੂ ਮਿਲੇਗਾ ਜੀ ਕਿਤੇ? ਸੋ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।